ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ। ਹਰਿ ਰਾਏ ਹਰਿ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਨਰਾਜ ਛੰਦ। ਗੁਰੂ ਗੋਬਿੰਦ ਸਿੰਘ ਜੀ ਨਿਖੰਗ ਚਾਂਪ ਧਾਰਨੰ। ਆਨੰਦ ਦਾਮ ਕੰਦ ਬ੍ਰਿੰਦ ਬੈਰਨੰ ਵਿਦਾਰਨੰ। ਹਿਰਦੇ ਸਦੀਵ ਦਾਸ ਕੇ ਨਿਵਾਸ ਹੰਤ ਤਰਾਸ ਕੋ। ਪਦਾਰ ਬਿੰਦ ਮੰਜਲੰ ਨਮੋ ਨਮੋ ਅਨਾਸ ਕੋ। ਗੁਰੂ ਗੋਬਿੰਦ ਸਿੰਘ ਜੀ ਨਿਖੰਗ ਚਾਂਪ ਧਾਰਨੰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਤਿਤ ਪਾਵਨ ਭਗਤ ਵਤਸਲ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਦਸੇ ਗੁਰੂ ਸਾਹਿਬਾਨਾਂ ਦੀ ਆਤਮਕ ਜੋਤ ਜਾਗਦੀ ਜੋਤ। ਚਵਰ ਛਤਰ ਸਿੰਘਾਸਣ ਤਖਤ ਦੇ ਮਾਲਕ ਜੁਗੋ ਜੁਗ ਅਟਲ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਪਿਆਰੇ ਗੁਰੂ ਰੂਪ ਸਾਧ ਸੰਗਤ ਜੀਓ। ਆਪ ਜੀ ਕਰਮਾਂ ਵਾਲੇ ਵੱਡਿਆਂ ਭਾਗਾਂ ਵਾਲੇ ਵਡਭਾਗੀ ਹੋ ਜੋ ਕਿ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸਥਾਨ ਵਿਖੇ ਪ੍ਰਤੱਖ ਰੂਪ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਕੇ ਲਾਹਾ ਲੈ ਰਹੇ ਹੋ। ਸਤਿਗੁਰੂ ਜੀ ਦੇ ਆਗਾਧ ਬੋਧ ਬਾਣੀ ਤੁਰਕੀ ਬਾਣੀ ਸੋਧਾਰ ਰਹਿਰਾਸ ਸਾਹਿਬ ਦੇ ਆਪ ਸੰਗਤਾਂ ਨੇ ਜਾਪ ਸਰਵਣ ਕੀਤੇ ਹੈ। ਉਸ ਤੋਂ ਉਪਰੰਤ ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਹੋਈ। ਆਪਣੇ ਪਾਵਨ ਪਵਿੱਤਰ ਹੁਕਮਨਾਮੇ ਬਖਸ਼ ਕੇ ਸੰਗਤਾਂ ਨੂੰ ਨਿਹਾਲ ਕੀਤਾ ਹੈ। ਇਸੇ ਤਰ੍ਹਾਂ ਹੀ ਗੁਰੂ ਪਿਆਰੀ ਸਾਧ ਸੰਗਤ ਜੀ ਸਤਿਗੁਰੂ ਗੁਰੂ ਨਾਨਕ ਸਾਹਿਬ
ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ। ਆਦਿ ਨਿਰੰਜਨ ਹੈ ਗੁਰੂ ਨਾਨਕ ਧਾਰ ਕੇ ਮੂਰਤ ਹੈ ਜਗ ਆਇਓ। ਗੁਰੂ ਨਾਨਕ ਨਾਨਕ ਹਰਿ ਸੋਏ ਗੁਰੂ ਨਾਨਕ ਦੇਵ ਪਾਰ ਬ੍ਰਹਮ ਪੂਰਨ ਬ੍ਰਹਮ। ਜੋ ਆਪ ਪਰਮਾਤਮਾ ਹੈ ਗੁਰੂ ਨਾਨਕ ਸਾਹਿਬ ਜੀ, ਉਹਨਾਂ ਦੀ ਲੜੀਵਾਰ ਇਤਿਹਾਸ ਦੀ ਕਥਾ ਸ੍ਰੀ ਗੁਰੂ ਨਾਨਕ ਪ੍ਰਕਾਸ਼ ਦੀ ਆਪਾਂ ਪੜ੍ਹ ਸੁਣ ਰਹੇ ਹਾਂ ਮਿਲ ਜੁਲ ਕੇ। ਜਿਵੇਂ ਗੁਰੂ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਨੂੰ ਭਾਈ ਬਾਲਾ ਜੀ ਨੇ ਬੇਨਤੀ ਕੀਤੀ ਕਿ ਮਹਾਰਾਜ, ਜਿਸ ਸਮੁੰਦਰ ਉੱਪਰ ਰਾਮ ਜੀ ਨੇ ਪੁਲ ਬਣ ਕੇ ਲੰਕਾ ਜਾਣਾ ਕੀਤਾ ਸੀ, ਉਹ ਲੰਕਾ ਆਪ ਜੀ ਸਾਨੂੰ ਦਿਖਾਓ। ਗੁਰੂ ਸਾਹਿਬ ਜੀ ਇਹ ਬੇਨਤੀ ਸੁਣ ਕੇ ਇੱਥੇ ਲੰਕਾ ਦੇ ਜਿਹੜੇ ਸਮੁੰਦਰ ਦੇ ਕਿਨਾਰੇ 'ਤੇ ਆ ਗਏ। ਇੱਥੇ ਜੋ ਸ਼ਿਵਲਿੰਗ ਨੂੰ ਦੇਖ ਕੇ ਭਾਈ ਮਰਦਾਨਾ ਜੀ ਨੂੰ ਸੰਸਾ ਹੋਇਆ, ਉਹ ਸਤਿਗੁਰੂ ਜੀ ਨੇ ਸੰਸੇ ਨਿਵਰਤ ਕੀਤੇ ਅਤੇ ਕਿਹਾ ਕਿ ਮਰਦਾਨਿਆ ਭਾਈ ਬਾਲਾ ਜੀ, ਸ਼੍ਰੀ ਰਾਮ ਚੰਦਰ ਜੀ ਨੇ ਇਹ ਵਿਚਾਰ ਕੀਤੀ ਸੀ ਕਿ ਸਰੂਪ ਸਾਡਾ ਦੇਖ ਕੇ ਤਾਂ ਥੋੜ੍ਹੇ ਜਿਹੜੇ ਤਰੇ ਹੈ, ਪਰ ਨਾਮ ਦੇ ਨਾਲ ਕਰੋੜਾਂ ਹੀ ਅੱਜ ਤੱਕ ਤਰ ਚੁੱਕੇ ਆ ਅਤੇ ਕਰੋੜਾਂ ਹੀ ਤਰ ਜਾਣਗੇ। ਜਿਸ ਕਰਕੇ ਉਹਨਾਂ ਨੇ ਨਾਮ ਦੀ ਮਹਿਮਾ ਜਣਾਈ, ਭਾਵ ਆਪਣੇ ਨਾਲ ਨਾਮ ਨੂੰ ਵੱਡਾ ਦੱਸਿਆ ਅਤੇ ਆਪਣਾ ਨਾਮ ਲਿਖ ਕੇ ਪੱਥਰਾਂ ਉੱਪਰ ਅਸਲ ਰੂਪ ਵਿੱਚ ਜੋ ਰਮਿਆ ਹੋਇਆ ਰਾਮ ਪਰਮਾਤਮਾ ਹੈ, ਉਸ ਨਾਮ ਨੂੰ ਲਿਖ ਕੇ ਅਤੇ ਜਿਵੇਂ ਕੋਈ ਨਦੀਆਂ ਦਰਿਆਵਾਂ ਉੱਤੇ ਪੱਤੇ ਸੁੱਟ ਦੇਵੇ ਅਤੇ ਪੱਤੇ ਤਰਦੇ ਫਿਰਦੇ ਐਵੇਂ ਪੱਥਰਾਂ ਨੂੰ ਤਾਰ ਦਿੱਤਾ। ਉਹ ਪੱਥਰ ਤਾਰ ਕੇ ਅਤੇ ਪੁਲ ਬੰਨਿਆ, ਜਿਸ ਕਰਕੇ ਲੰਕਾ ਵਿੱਚ ਪ੍ਰਵੇਸ਼ ਕੀਤਾ। ਪੁਲ ਬੰਨਣ ਦਾ ਕਾਰਨ ਇੱਕ ਨਾਮ ਦੀ ਮਹਿਮਾ ਜਣਾਈ ਅਤੇ ਨੀਚ ਕੁਲਾਂ ਵਾਲਿਆਂ ਨੂੰ ਉਚਾਈ ਉੱਚਾ ਬਖਸ਼ਿਆ ਪਦ ਕਿ ਬਾਂਦਰਾਂ 500 ਸੇਵਾ ਲਈ ਸੀ। ਐਵੇਂ ਮਰਦਾਨਾ ਜਿਹੜੀ ਨਾਮ ਦੀ ਮਹਿਮਾ ਅਪਰ ਅਪਾਰ ਹੈ, ਨਾਮ ਵੱਡਾ ਹੈ, ਉੱਚੇ ਉੱਪਰ ਉੱਚਾ ਨਾਉ। ਅਤੇ ਐਸਾ ਜੋ ਮਾਲਕ ਪਰਮਾਤਮਾ ਹੈ, ਉਸ ਦੇ ਨਾਮ ਕਲਿਆਣ ਹੁੰਦੀ ਹੈ। ਇਸ ਤਰ੍ਹਾਂ ਇਹ ਕੁਝ ਸੁਣ ਕੇ ਭਾਈ ਮਰਦਾਨਾ ਜੀ ਨੇ ਕਿਹਾ ਕਿ ਮਹਾਰਾਜ ਜਿਹੜਾ ਇਹ ਕਿਉਂ ਰਾਮ ਜੀ ਲੰਕਾ ਵਿੱਚ ਗਏ, ਕਿਉਂ ਦੈਂਤ ਮਾਰੇ, ਇਹ ਜਿਹੜਾ ਪ੍ਰਸੰਗ ਹੈ ਤੁਸੀਂ ਮੈਨੂੰ ਵੀ ਥੋੜ੍ਹਾ ਬਹੁਤਾ ਸੁਣਾ ਦਿਓ। ਫਿਰ ਉਹ ਜਿਵੇਂ ਕਵੀ ਜੀ ਨੇ ਆਪ ਵਾਲਮੀਕੀ ਰਮਾਇਣ ਦਾ ਅਨੁਵਾਦ ਕੀਤਾ ਹੈ, ਅਲੱਥਾ ਕੀਤਾ ਹੈ, ਉਹਦੇ ਹਿਸਾਬ ਨਾਲ ਸਤਿਗੁਰੂ ਜੀ ਪਾਸੋਂ ਕਹਾ ਕਰਕੇ ਸਾਰਾ ਪ੍ਰਸੰਗ ਜਿਹੜਾ ਸੁਣਾ ਦਿੱਤਾ ਇੱਥੇ। ਜਿਵੇਂ ਕਿਵੇਂ ਵੀ ਉਹ ਸਾਡੇ ਵਾਸਤੇ ਗਿਆਨ ਦਾ ਹੀ ਵਿਸ਼ਾ ਹੈ, ਗਿਆਨ ਹੀ ਪ੍ਰਾਪਤ ਹੈ, ਉਹ ਆਪਾਂ ਵਿਸਥਾਰ ਨਾਲ ਸਰਵਣ ਕਰ ਚੁੱਕੇ ਹਾਂ। ਅੱਗੇ ਜਿਵੇਂ ਨਵਾਂ ਪ੍ਰਸੰਗ ਲੰਕਾ ਵਿੱਚ ਜੋ ਗੁਰੂ ਪਰਮਾਤਮਾ ਦਾ ਅਤੇ ਰਾਮ ਜੀ ਦਾ ਵੀ ਚੰਗਾ ਭਗਤ ਸੀ, ਤਗੜਾ ਭੀਖਣ, ਉਹਦੇ ਨਾਲ ਮੇਲ ਮਿਲਾਪ ਕੀਤਾ, ਹਨੂੰਮਾਨ ਨਾਲ ਮੇਲ ਮਿਲਾਪ ਸਤਿਗੁਰੂ ਜੀ ਨੇ ਕੀਤਾ। ਉਹ ਪ੍ਰਸੰਗ ਅੱਜ ਆ ਰਹੇ। ਜਿਵੇਂ ਵੀ ਕਥਾ ਵਿਚਾਰ ਆਉਂਦੀ, ਆਓ ਆਪਾਂ ਸਰਵਣ ਕਰੀਏ। ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਨਵਾਓ ਸੀਸ, ਬੜੇ ਪਿਆਰ ਸਤਿਕਾਰ ਅਦਬ ਨਾਲ ਉਚਾਰਨ ਕਰੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਨਰਾਜ ਛੰਦ ਗੁਰੂ ਗੋਬਿੰਦ ਸਿੰਘ ਜੀ ਨਿਖੰਗ ਚਾਂਪ ਧਾਰਨੰ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਪ੍ਰਸੰਗ ਦੀ ਆਰੰਭਤਾ ਤੋਂ ਪਹਿਲਾਂ
ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਮਹਿਮਾ ਦਾ ਮੰਗਲ ਕਰ ਰਹੇ ਹਾਂ, ਕਿਉਂਕਿ ਭਾਈ ਸੰਤੋਖ ਸਿੰਘ ਆਪ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬੜੇ ਪਿਆਰੇ ਸਿੱਖ ਸਨ, ਜਿਨ੍ਹਾਂ ਨੇ ਪੰਜਾਂ ਪਿਆਰਿਆਂ ਪਾਸੋਂ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਸਿੱਖੀ ਧਾਰਨ ਕੀਤੀ। ਸਿੱਖੀ ਵਿੱਚ ਪ੍ਰਵਿਰਤ ਹੋ ਕੇ ਤੇ ਐਸਾ ਮਹਾਨ ਹੀ ਜਿਹੜਾ ਇਤਿਹਾਸ ਲਿਖਣਾ ਕੀਤਾ ਹੈ। ਅਤੇ ਇੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਮਹਿਮਾ ਦਾ ਮੰਗਲ ਕਰ ਰਹੇ ਹੈ ਵੀ ਜੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਹਨ, ਜੋ ਆਪਣੇ ਪਵਿੱਤਰ ਹਸਤ ਕਹੀਏ ਹੱਥਾਂ ਵਿੱਚ ਜਿਹੜਾ ਚਾਂਪ ਧਨੁਸ਼ ਹੈ, ਕਮਾਨ ਧਾਰਦੇ ਹੈ, ਅਤੇ ਇਵੇਂ ਮੋਢਿਆਂ ਦੇ ਉੱਪਰ ਕੰਧਿਆਂ ਦੇ ਉੱਪਰ ਸਤਿਗੁਰੂ ਜੀ ਨੇ ਨਿਖੰਗ ਜਿਹੜਾ ਤੀਰਾਂ ਵਾਲਾ ਭਰਿਆ ਹੋਇਆ ਭੱਥਾ ਧਾਰਨ ਕੀਤਾ ਹੋਇਆ ਹੈ। ਆਨੰਦ ਦਮ ਕੰਦ ਬ੍ਰਿੰਦ ਬੈਰਨੰ ਵਿਦਾਰਨੰ। ਆਨੰਦ ਦੇ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾਤੇ ਹੈ, ਇਸੇ ਤਰ੍ਹਾਂ ਮੁਕਤੀ ਦੇ ਦਾਤੇ ਹੈ, ਅਤੇ ਜੋ ਆਪਣੇ ਦਾਸਾਂ ਦੇ ਆਪਣੇ ਸਿੱਖਾਂ ਦੇ ਜਿਹੜੇ ਸਮੂਹ ਵੈਰੀਆਂ ਨੂੰ ਜਿਹੜੇ ਅੰਦਰ ਜਿਹੜੇ ਕੋਈ ਕਾਮ ਕ੍ਰੋਧ ਲੋਭ ਮੋਹ ਹੰਕਾਰ ਵੈਰੀ ਉਹਨਾਂ ਦਾ ਨਾਸ਼ ਕਰਨ ਵਾਲੇ, ਅਤੇ ਜਿਹੜੇ ਕੋਈ ਬਾਹਰੀ ਵੈਰੀ ਸਮੂਹ ਵੈਰੀਆਂ ਦਾ ਜੋ ਸਤਿਗੁਰੂ ਜੀ ਨਾਸ਼ ਕਰਨ ਵਾਲੇ ਹਨ। ਹਰਿਦੇ ਸਦੀਵ ਦਾਸ ਕੇ ਨਿਵਾਸ ਹੰਤ ਤਰਾਸ ਕੋ। ਅਤੇ ਆਪਣੇ ਦਾਸਾਂ ਦੇ ਹਿਰਦੇ ਵਿੱਚ ਹਮੇਸ਼ਾ ਹੀ ਨਿਵਾਸ ਕਰਨ ਵਾਲੇ ਗੁਰੂ ਗੋਬਿੰਦ ਸਿੰਘ ਜੀ ਪਰਮੇਸ਼ਰ ਰੂਪ ਹੋਣੇ ਕਰਕੇ, ਅਤੇ ਆਪਣੇ ਦਾਸਾਂ ਦੇ ਜੇ ਡਰ ਭੈ ਉਹਨਾਂ ਨੂੰ ਡਰ ਭੈ ਨੂੰ ਵੀ ਨਾਸ਼ ਕਰਨ ਵਾਲੇ ਮਹਾਰਾਜ। ਪਦਾਰ ਬਿੰਦ ਮੰਜਲੰ ਨਮੋ ਨਮੋ ਅਨਾਸਕੋ। ਮੰਜਲੰ ਨਹੀਂ ਮੰਜਲੰ, ਜਿਨ੍ਹਾਂ ਸਤਿਗੁਰਾਂ ਦੇ ਜਿਹੜੇ ਸੋਹਣੇ ਚਰਨ ਕਮਲ ਹੈ, ਮੰਜਲੰ ਕਹੀਏ ਬਹੁਤ ਸੁੰਦਰ ਹੈ, ਅਤੇ ਅਨਾਸ ਜੋ ਆਰਾਮਦਾਈ ਹੈ, ਸੁਖਦਾਈ ਹੈ, ਸੁਖ ਦੇਣ ਵਾਲੇ ਸਤਿਗੁਰੂ ਜੀ ਦੇ ਚਰਨ ਕਮਲ ਸੋਹਣੇ। ਅਨਾਸ ਕਹੀਏ ਨਿਰਯਤਨ ਹੀ ਜਾਵੇ ਅਨਾਸ ਮੰਜ਼ਲ, ਜੋ ਸੁੱਤੇ ਸੇਧੀ ਸਤਿਗੁਰੂ ਜੀ ਦੇ ਸੁੰਦਰ ਹਨ ਚਰਨ ਕਮਲ। ਐਸੇ ਚਰਨ ਕਮਲਾਂ ਨੂੰ ਮੈਂ ਕਵੀ ਜੀ ਨਮਸਕਾਰ ਹੋਵੇ, ਨਮਸਕਾਰ ਹੋਵੇ। ਸ੍ਰੀ ਬਾਲਾ ਸੰਦਰਵਾਚ ਚੌਪਈ ਸ੍ਰੀ ਅੰਗਦ ਸੁਨ ਪਰਮ ਸੁਜਾਨਾ। ਭਾਈ ਬਾਲਾ ਜੀ ਦੀ ਸਾਖੀ ਤੋਂ ਭਾਈ ਸੰਤੋਖ ਸਿੰਘ ਜੀ ਨੇ ਇਹ ਇਤਿਹਾਸ ਦਾ ਉਲੱਥਾ ਕੀਤਾ ਹੈ, ਜਿਸ ਕਰਕੇ ਉਸੇ ਤਰ੍ਹਾਂ ਹੀ ਲਿਖਦੇ ਹੈ ਵੀ ਭਾਈ ਬਾਲਾ ਜੀ ਕਹਿੰਦੇ ਗੁਰੂ ਅੰਗਦ ਦੇਵ ਸਾਹਿਬ ਜੀ ਸੁਗੜ ਸੁਜਾਨ ਸਤਿਗੁਰੂ ਜੀ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦਾ ਅਗਲਾ ਸੋਹਣਾ ਇਤਿਹਾਸ ਸੁਣਨਾ ਕਰੋ। ਬੋਲਿਓ ਬਹੁਰ ਬੈਨ ਮਰਦਾਨਾ। ਜੋ ਭਾਈ ਮਰਦਾਨਾ ਹੈ ਇਹ ਸਾਰਾ ਹੀ ਰਾਮ ਜੀ ਦਾ ਪ੍ਰਸੰਗ ਸੁਣ ਕੇ ਕਿਵੇਂ ਲੰਕਾ ਵਿੱਚ ਗਏ, ਕਿਵੇਂ ਉਹ ਜਿਹੜਾ ਰਾਵਣ ਨੂੰ ਮਾਰਨਾ ਕੀਤਾ, ਕੁੰਭਕਰਨ ਮੇਘਨਾਦ ਆਦਿ ਦੈਂਤਾਂ ਨੂੰ ਕਿਵੇਂ ਲੰਕਾ ਫੂਕੀ, ਇਹ ਕੁਝ ਸੁਣ ਕੇ ਭਾਈ ਮਰਦਾਨਾ ਬਚਨ ਬੋਲਿਆ। ਫਿਰ ਰਘੁਬਰ ਸੇਤ ਜੋ ਬਾਂਧਨ ਕੀਨਾ। ਇਹ ਗੁਰੂ ਮਹਾਰਾਜ ਜੀ ਜੋ ਰਾਘਵਾਂ ਦੀ ਕੁਲ ਦੇ ਸ੍ਰੇਸ਼ਟ ਰਾਮਚੰਦਰ ਜੀ ਨੇ ਸਮੁੰਦਰ ਉੱਪਰ ਪਰਮੇਸ਼ਵਰ ਨਾਮੇ ਪੁਲ ਬੰਨਣਾ ਕੀਤਾ ਹੈ। ਤਿਹ ਉਪਰ ਕੋ ਚਲਹੁ ਪਰ ਬੀਨਾ। ਅੰਤਰਜਾਮੀ ਸਿਆਣੇ ਸਤਿਗੁਰੂ ਜੀ ਉਸ ਪੁਲ ਉੱਪਰ ਹੁਣ ਤੁਸੀਂ ਸਾਡੇ ਨਾਲ ਚੱਲੋ ਜੀ। ਗੁਰ ਕਹਿ ਲੰਕਾ ਤੇ ਕੀ ਮੋਰਾ। ਗੁਰੂ ਸਾਹਿਬ ਜੀ ਕਹਿਣ ਲੱਗੇ ਮਰਦਾਨਿਆ, ਜਦੋਂ ਰਾਮਚੰਦਰ ਜੀ ਨੇ ਲੰਕਾ ਨੂੰ ਉਜਾੜ ਕਰਕੇ ਤਬਾਹ ਕਰਕੇ ਰਾਵਣ ਨੂੰ ਮਾਰ ਕਰਕੇ ਭੀਖਣ ਨੂੰ ਰਾਜ ਦੇ ਕੇ ਨਾਮੇ ਕੇ ਸੁਆਮੀ ਸੀਬ ਹੌਰੀ ਲੰਕ ਭੀਖਣ ਆਪਿਓ ਹੋ, ਜਿਵੇਂ ਭਗਤ ਨਾਮਦੇਵ ਜੀ ਕਹਿੰਦੇ ਹੈ। ਐਵੇਂ ਗੁਰੂ ਜੀ ਕਹਿਣ ਲੱਗੇ ਜਦੋਂ ਰਾਮਚੰਦਰ ਜੀ ਲੰਕਾ ਤੋਂ
ਮੁੜਨਾ ਕੀਤਾ ਸੀ। ਤਬ ਹੀ ਰਾਮ ਸੇਤ ਦੀਅ ਤੋਰਾ। ਉਦੋਂ ਹੀ ਰਾਮਚੰਦਰ ਜੀ ਨੇ ਇਹ ਜਿਹੜਾ ਪੁਲ ਬਣਾਇਆ ਹੋਇਆ ਸੀ ਸਮੁੰਦਰ ਵਿੱਚ, ਉਹਨੂੰ ਤੋੜ ਦਿੱਤਾ ਸੀ। ਪੰਥ ਗਮਨ ਕੋ ਤਾਂ ਪਰ ਨਾਹੀ। ਇਸ ਕਰਕੇ ਵੀ ਉਹ ਲੰਕਾ ਨੂੰ ਜਾਣ ਵਾਸਤੇ ਜਿਹੜਾ ਰਸਤਾ ਹੈ ਉਹ ਹੁਣ ਸਮੁੰਦਰ ਉੱਪਰ ਹੈ ਨਹੀਂ ਹੈ। ਰਾਹੀ ਨਿਸ਼ਾਨੀ ਸਾਗਰ ਮਾਹੀ। ਆ ਜਿਹੜੀ ਸਮੁੰਦਰ ਵਿੱਚ ਨਿਸ਼ਾਨੀ ਜੀ ਹੈ, ਕੁਝ ਨਿਸ਼ਾਨੀ ਰਹੀ ਹੈ ਵੀ ਜਿਹੜੀਆਂ ਚਟਾਨਾਂ ਜੀਆਂ ਦਿਸ ਰਹੀਆਂ ਥੋੜ੍ਹੀਆਂ ਥੋੜ੍ਹੀਆਂ ਕਿਤੇ ਕਿਤੇ, ਅਤੇ ਇਹ ਪੁਲ ਬੱਧਾ ਦੱਸੀਦਾ ਹੈ ਹੁਣ। ਉਹ ਨਿਸ਼ਾਨੀਆਂ ਜਿਹੀਆਂ ਹੈਗੀਆਂ ਅੱਜ ਵੀ। ਇਹ ਮਰਦਾਨੇ ਜੋ ਆ ਨਿਸ਼ਾਨੀਆਂ ਸਮੁੰਦਰ ਵਿੱਚ ਦਿਸ ਰਹੀਆਂ ਥੋੜ੍ਹੀਆਂ ਥੋੜ੍ਹੀਆਂ, ਉਹ ਪੁਲ ਦੀਆਂ ਉਹੀ ਰਹਿ ਗਈਆਂ ਹਨ ਚਟਾਨਾਂ ਜੀਆਂ ਜੋ ਨਜ਼ਰ ਆ ਰਹੀਆਂ ਹੈ। ਨਾਮ ਜੋਰ ਸੋ ਰਗ ਕੁਲ ਕੇਤਾ। ਇਸ ਤਰ੍ਹਾਂ ਰਾਘਵਾਂ ਦੀ ਕੁਲ ਦੇ ਧੁਜਾ ਰੂਪ ਰਾਮਚੰਦਰ ਜੀ ਨੇ ਨਾਮ ਦੇ ਬਲ ਨਾਲ ਇਹ ਪੁਲ ਨੂੰ ਬਣਾਉਣਾ ਕੀਤਾ ਸੀ। ਬਾਂਧਿਓ ਤਬੈ ਉਦਤ ਕੋ ਸੇਤਾ। ਤਦੋਂ ਨਾਮ ਦੇ ਬਲ ਨਾਲ ਇਹ ਸਮੁੰਦਰ ਉੱਪਰ ਪੁਲ ਬੰਨਿਆ ਸੀ। ਅਬ ਹਮ ਲੈ ਕਰ ਨਾਮ ਅਲੰਭੂ। ਜਿਸ ਤਰ੍ਹਾਂ ਉਹ ਪੁਲ ਬੰਨਿਆ ਗਿਆ ਜਿਸ ਨਾਮ ਦੇ ਸਹਾਰੇ, ਉਸੇ ਤਰ੍ਹਾਂ ਇਹ ਭਾਈ ਮਰਦਾਨਾ ਅਸੀਂ ਉਸੇ ਨਾਮ ਦਾ ਹੀ ਆਸਰਾ ਲੈ ਕਰਕੇ ਵੈ ਹੈ ਪਾਰ ਸਰਬ ਨਿਧ ਅੰਬੂ। ਸਾਰਾ ਜੋ ਸਮੁੰਦਰ ਦਾ ਪਾਣੀ ਹੈ ਬੜਾ ਸੌਖਾ ਹੀ ਇਹ ਪਾਰ ਇਹਦੇ ਤੋਂ ਹੋ ਜਾਵਾਂਗੇ। ਆਸ ਕਹਿ ਗਮਨ ਕੀਨ ਜਗਨਾਥਾ। ਭਾਈ ਬਾਲਾ ਜੀ ਕਹਿੰਦੇ ਗੁਰੂ ਅੰਗਦ ਦੇਵ ਸਾਹਿਬ ਜੀ ਇਸ ਤਰ੍ਹਾਂ ਕਹਿ ਕਰਕੇ ਸੰਸਾਰ ਦੇ ਮਾਲਕ ਗੁਰੂ ਨਾਨਕ ਸਾਹਿਬ ਜੀ ਨੇ ਜਿਹੜਾ ਚੱਲਣਾ ਕੀਤਾ। ਜਲ ਪਰ ਚਲੇ ਜਾਹੇ ਸੁਖ ਰਾਸਾ। ਸੁੱਖਾਂ ਦੀ ਰਾਸ ਗੁਰੂ ਨਾਨਕ ਸਾਹਿਬ ਜੀ ਜਲ ਦੇ ਉੱਪਰ ਐਵੇਂ ਬੜੇ ਸੌਖੇ ਸਿੱਧੇ ਰੜੇ ਮੈਦਾਨ ਵਾਂਗ ਚੱਲੇ ਜਾਂਦੇ ਐ। ਗਏ ਮੱਧ ਇੱਕ ਮੀਨ ਨਿਹਾਰਾ। ਜਦੋਂ ਚੱਲਦਿਆਂ ਸਮੁੰਦਰ ਵਿੱਚ ਆ ਵਿਚਕਾਰ ਵਿਚਾਲੇ ਜੇ ਚਲੇ ਗਏ ਤੇ ਉਦੋਂ ਇੱਕ ਜਿਹੜਾ ਮੱਛ ਬਹੁਤ ਤਗੜਾ ਤੱਕਿਆ ਦੇਖਿਆ ਹੈ। ਸਹਸ ਕੋਸ ਕੋ ਜਿਹ ਵਿਸਥਾਰਾ। ਜਿਸ ਮੱਛ ਦਾ 100 ਕੋਹ ਤੱਕ ਵਿਸਥਾਰ ਫੈਲਾਓ ਹੈ ਸੀ। ਤਾਂ ਪਰ ਕਿਦਕ ਬਾਰ ਕੀ ਗਵਨੰ। ਉਸ ਮੱਛ ਦੇ ਉੱਪਰ ਜੋ 100 ਕੋਹ ਤੱਕ ਫੈਲਿਆ ਹੋਇਆ ਸੀ, ਉਹਦੇ ਉੱਪਰ ਮਹਾਰਾਜ ਨੇ ਕੁਝ ਕੁ ਸਮਾਂ ਚੱਲਣਾ ਕੀਤਾ। ਸਿਰ ਪਰ ਭੇ ਠਾਂਡੇ ਗੁਣ ਭਵਨੰ। ਜਦੋਂ ਗੁਣਾਂ ਦੇ ਘਰ ਗੁਰੂ ਨਾਨਕ ਦੇਵ ਜੀ ਉਹ ਮੱਛ ਦੇ ਸਿਰ ਉੱਪਰ ਜਾ ਖੜੇ ਹੋਏ। ਬਦਨ ਬਿਲੋਕ ਡਰਿਓ ਮਰਦਾਨਾ। ਉਹ ਮੱਛ ਦਾ ਮੁੱਖ ਜਾਂ ਅੱਖਾਂ ਦੀਆਂ ਦੇਖ ਕੇ ਭਾਈ ਮਰਦਾਨਾ ਬੜਾ ਡਰਿਆ ਤੇ ਬੋਲਿਆ ਦੇਖ ਕੇ। ਅਚਰਜ ਮਾਨਿਓ ਬਚਨ ਬਖਾਨਾ। ਐਸਾ ਭਿਆਨਕ ਜਿਹਾ ਮੱਛ ਦੇਖ ਕੇ ਬੜਾ ਆਸ਼ਚਰਜ ਮੰਨਿਆ ਵੀ ਇਹ ਕੀ ਹੈ ਇੰਨਾ ਤਗੜਾ, ਤੇ ਫਿਰ ਬਚਨ ਕਿਹਾ। ਸ੍ਰੀ ਪ੍ਰਭ ਰਾਵਰ ਕੇਰ ਪ੍ਰਭਾਉ। ਇਹ ਮਹਾਰਾਜ ਗੁਰੂ ਨਾਨਕ ਸਾਹਿਬ ਪ੍ਰਭੂ ਰੂਪ ਆਪ ਜੀ ਦੇ ਪ੍ਰਤਾਪ ਨਾਲ ਹੀ ਤਿਆਗਿਓ ਹਮੈ ਨਾ ਕੀਨੋ ਖਾਓ। ਸਾਨੂੰ ਜਿਹੜਾ ਹੈ ਇਹ ਮੱਛ ਨੇ ਛੱਡ ਦਿੱਤਾ ਹੈ ਤੇ ਖਾਣਾ ਨਹੀਂ ਕੀਤਾ ਆਪ ਜੀ ਦੇ ਪ੍ਰਤਾਪ ਕਰਕੇ। ਨਾ ਤੁਰ ਨਿਗਲ ਜਾਏ ਇੱਕ ਬਾਰੀ। ਨਹੀਂ ਤਾਂ ਮਹਾਰਾਜ ਤੇ ਸਾਨੂੰ ਇੱਕੇ ਵਾਰ ਹੀ ਨਿਕਲ ਜਾਂਦਾ, ਲੰਘਾ ਜਾਂਦਾ, ਅੰਦਰ ਸੁੱਟ ਲੈਂਦਾ। ਮਾਨਖ ਮੁਖ ਦਾਨੋ ਅਨਸਾਰੀ। ਇਹ ਜਿਵੇਂ ਮਨੁੱਖ ਮੁੱਖ ਵਿੱਚ ਦਾਣਾ ਸੁੱਟ ਲੈਂਦਾ ਬੜਾ ਸੌਖਾ ਹੀ, ਉਹ ਮਨੁੱਖ ਦੇ ਮੁੱਖ ਵਿੱਚ ਦਾਣੇ ਦੇ ਸਦਰਸ਼ ਭਾਵੇਂ ਸਾਨੂੰ ਸੁੱਟ ਲੈਂਦਾ, ਅਸੀਂ ਇਹਦੇ ਮੁੱਖ ਵਿੱਚ ਦਾਣੇ ਵਾਂਗ ਹੀ ਚਲੇ ਜਾਂਦੇ। ਪ੍ਰਥਮ ਬਿਲੋਕਿਓ ਮੀਨ ਮਹਾਨਾ। ਇਸ ਤਰ੍ਹਾਂ ਦੇ ਪਹਿਲਾਂ ਵੀ ਮਹਾਰਾਜ ਇੱਕ ਮੱਛ ਬਹੁਤ ਤਗੜਾ ਦੇਖਿਆ ਸੀ, ਉਸ ਤੇ ਇਹ ਵਿਸਾਲ ਪਹਿਚਾਨਾ। ਪਰ ਉਸ ਤੋਂ ਇਹ ਜਿਹੜਾ ਮੱਛ ਹੈ ਬਹੁਤ ਵੱਡਾ ਜਾਣਿਆ ਪਹਿਚਾਣਿਆ ਜਾਂਦਾ ਹੈ। ਕੇਤਕ ਦੋਨੋਂ ਕੋਸ ਪਰਮਾਨਾ। ਗੁਰੂ ਸਾਹਿਬ ਜੀ ਇਹ ਦੱਸੋ ਵੀ ਇਹ ਦੋਨੋਂ ਜਿਹੜੇ ਇੱਕ ਪਹਿਲਾਂ ਵੇਖਿਆ ਤੇ ਇੱਕ ਹੁਣ ਜਿਹੜਾ ਵੇਖ ਰਹੇ ਆ, ਇਹ ਵੀ ਕਿੰਨੇ ਕੁ ਦੋਵਾਂ ਦਾ ਜਿਹੜਾ ਆਪ ਦੱਸੋ ਵੀ ਕਿੰਨੇ ਕੋਹ ਦਾ ਪ੍ਰਮਾਣ ਹੈ,
ਕਿੰਨੇ ਕੋਹ ਤੱਕ ਇਹਨਾਂ ਦੀ ਜਿਹੜੀ ਮਿਣਤੀ ਹੈ, ਕੀ ਅੰਦਾਜ਼ਾ ਹੈ, ਕਿੰਨੇ ਕੋਹਾਂ ਦਾ ਹੈ ਇਹ ਮੱਛ? ਮੁਝ ਹੈ ਬਤਾਵਹੁ ਕਿਰਪਾ ਨਿਧਾਨਾ। ਇਹ ਦੋਨੋਂ ਮੱਛ ਕਿੰਨੇ ਕੋਹਾਂ ਤੱਕ ਇਹਨਾਂ ਦਾ ਅੰਦਾਜ਼ਾ ਵੀ ਕਿੰਨੇ ਤਕੜੇ ਹੋਣਗੇ। ਗੁਰੂ ਸਾਹਿਬ ਜੀ ਕਿਰਪਾ ਦੇ ਖਜ਼ਾਨੇ ਮੈਨੂੰ ਦੱਸੋ ਮਰਦਾਨੇ ਨੂੰ। ਬੋਲੇ ਪ੍ਰਭੂ ਬਿਲੋਕਤ ਮਾਸੋ। ਗੁਰੂ ਸਾਹਿਬ ਜੀ ਬਚਨ ਬੋਲੇ ਆ ਵੀ ਮਰਦਾਨਿਆ ਤੂੰ ਤਮਾਸ਼ਾ ਦੇਖ। ਮਾਇਆ ਮੈਂ ਕਾਸ਼ ਲਖੋ ਨਾ ਸਾਸੋ। ਪਰਮੇਸ਼ਰ ਦੀ ਮਾਇਆ ਵਿੱਚ ਤੂੰ ਕੋਈ ਵੀ ਜਿਹੜਾ ਸੰਸਾਰ ਭਰਮ ਨਾ ਜਾਣ। 35 ਕੋਸ ਪ੍ਰਥਮ ਜੋ ਦੇਖਾ। ਜੋ ਤੂੰ ਪਹਿਲਾਂ ਮੱਛ ਦੇਖਿਆ ਸੀ ਨਾ ਸਾਡੇ ਨਾਲ, ਉਹ 35 ਕੋਹ ਲੰਬਾ ਹੈ ਸੀ। ਸਹਸ ਕੋਸ ਕੋ ਇਹੋ ਵਿਸੇਖਾ। ਤੇ ਇਹ ਜਿਹੜਾ ਤੂੰ ਦੇਖ ਰਿਹਾ ਹੁਣ ਇਹ 100 ਕੋਹ ਤੱਕ ਵੱਡਾ ਹੈ। ਇਸ ਕੀ ਜਾਤ ਨਾਮ ਤਿਮ ਕਹੀਐ। ਇਹ ਜਿਹੜਾ 100 ਕੋਹ ਦਾ ਮੱਛ ਹੈ, ਇਹਦੀ ਜਿਹੜਾ ਜਾਤੀ ਦਾ ਨਾਮ ਤਿਮ ਕਹੀਏ, ਇਹ ਤਿਮ ਜਾਤੀ ਦਾ ਹੈ ਮੱਛ। ਇਸ ਨਿਗਲ ਹੈ ਸੋ ਤੇ ਮੰਗਲ ਕਹੀਐ। ਜਿਹੜਾ 100 ਕੋਹ ਦੇ ਇਹ ਮੱਛ ਨੂੰ ਨਿਗਲ ਜਾਂਦਾ, ਲੰਘਾ ਜਾਂਦਾ ਸੌਖਾ ਹੀ, ਉਹਨੂੰ ਤਿਮੰਗਲ ਜਾਤੀ ਦਾ ਮੱਛ ਕਿਹਾ ਜਾਂਦਾ ਹੈ। ਜੋ ਉਸ ਲੀਲ ਜਾਏ ਬਰਿਆਈ। ਤੇ ਜੋ ਉਸ ਨੂੰ ਆ ਜਿਹੜਾ ਤਿਮੰਗਲ ਨੂੰ ਨਿਗਲ ਜਾਏ, ਉਹਨੂੰ ਜਿਹੜਾ ਤਿਮੰਗਲ ਨੂੰ ਨਿਗਲ ਜਾਏ ਮੱਛ ਨੂੰ ਮੱਲੋ ਮੱਲੀ ਆ ਜੋਰੋ ਜੋਰੀ। ਨਾਮ ਤਿਮੰਗਲ ਗਿਲ ਹੈ ਕਹਾਈ। ਉਸ ਮੱਛ ਦਾ ਨਾਮ ਤਿਮੰਗਲ ਗਿਲ ਹੈ ਕਹਿਆ ਜਾਂਦਾ। ਤਿਮੰਗਲ ਗਿਲ ਹੈ ਨਾਮ ਕਹਾਇਆ ਜਾਂਦਾ, ਆਖਿਆ ਜਾਂਦਾ ਹੈ। ਇਸ ਵਿਧ ਕਰਕੇ ਭਜਨ ਵਿਸਾਲਾ। ਇਸ ਵਿਧ ਕਰਕੇ ਭਜਨ ਬਿਲਾਸਾ। ਇਸ ਤਰ੍ਹਾਂ ਦੇ ਸਤਿਗੁਰੂ ਮਹਾਰਾਜ ਆਨੰਦਮਈ ਬਚਨ ਬਿਲਾਸ ਕਰਕੇ ਤੂਸ਼ਨ ਹੋਤ ਪਏ ਸੁਖ ਰਾਸਾ। ਸੁੱਖਾਂ ਦੀ ਰਾਸ ਸਤਿਗੁਰ ਜੀ ਐ ਚੁੱਪ ਸ਼ਾਂਤ ਜੇ ਹੋ ਗਏ। ਚਰਨ ਰੇਨ ਜਬ ਝਖ ਸਿਰ ਪਰਸੀ। ਜਦੋਂ ਹੀ ਸਤਿਗੁਰ ਜੀ ਦੇ ਚਰਨਾਂ ਦੀ ਧੂੜੀ ਹੈ ਇਹ ਮੱਛ ਦੇ ਸੀਸ ਨੂੰ ਪਰਸੀ ਛੋਹੀ ਹੈ। ਬੋਲਨ ਸਖਤ ਭਾਈ ਤਬ ਸਰਸੀ। ਉਦੋਂ ਇਹ ਮੱਛ ਜੋ ਬਣਿਆ ਹੋਇਆ ਸੀ ਨਾ, ਇਹ ਮੱਛ ਵਿੱਚ ਕਹਿੰਦੇ ਬਹੁਤ ਹੀ ਬੋਲਣ ਦੀ ਸ਼ਕਤੀ ਪ੍ਰਗਟ ਹੋਈ ਹੈ। ਬੂਝਨ ਲੱਗੇ ਪ੍ਰਭੂ ਤਿਹ ਤਾਈ। ਉਸ ਬਣੇ ਹੋਏ ਮੱਛ ਦੇ ਤਾਈ ਸਤਿਗੁਰੂ ਨਾਨਕ ਦੇਵ ਮਹਾਰਾਜ ਪੁੱਛਣ ਲੱਗੇ, ਹੈ ਕੌਣ ਝਖ ਕਾਇਆ ਪਾਈ। ਮਹਾਰਾਜ ਕਹਿੰਦੇ ਵੀ ਕੌਣ ਹੈ ਤੂੰ, ਤੇ ਆ ਜਿਹੜੀ ਮੱਛ ਦੀ ਕਾਇਆ ਦੇ ਕਿਵੇਂ ਪਾਈ ਹੋਈ ਹੈ। ਤਬ ਹੀ ਬੋਲਿਓ ਹੋਏ ਅਧੀਨਾ। ਉਸ ਵੇਲੇ ਉਹ 100 ਕੋਹ ਤੱਕ ਬਣਿਆ ਹੋਇਆ ਮੱਛ ਬੜਾ ਅਧੀਨ ਨਿਮਾਣਾ ਹੋ ਕੇ ਬੋਲਿਆ, ਸੁਨਾ ਹੇਤ ਜਿਉ ਭਾ ਤਨ ਮੀਨਾ। ਕਹਿਣ ਲੱਗਾ ਕਿ ਹੇ ਮਹਾਰਾਜ ਜੀ, ਜਿਉਂ ਮੇਰਾ ਸਰੀਰ ਮੱਛਦਾ ਹੋਇਆ ਉਹ ਕਾਰਨ ਵੀ ਸੁਣ ਲਓ। ਹੋਤੋ ਕਾਲ ਜਿਹ ਜਨਕ ਫਿਰ ਨਿਰਪਾਲਾ। ਜਿਸ ਸਮੇਂ ਜਨਕ ਰਾਜਾ ਹੈ ਸੀ, ਤਬ ਮੈਂ ਤਪ ਕੀ ਕਠਨ ਵਿਸਾਲਾ। ਤਦੋਂ ਮੈਂ ਮਹਾਰਾਜ ਜਿਹੜਾ ਤਪ ਹੈ ਬਹੁਤ ਕਠਨ ਸਖਤ ਕੀਤਾ ਹੋਇਆ ਕਰਦਾ ਪਿਆ ਸੀ। ਬਾਰ ਵਿਖਾ ਗਰਲਾ ਹੋਇਆ ਠੰਡ। ਜਦੋਂ ਮੈਂ ਤਪ ਕਰਦਾ ਸੀ ਉਸ ਵੇਲੇ ਮਹਾਰਾਜ ਮੈਂ ਪਾਣੀ ਦੇ ਵਿੱਚ ਗਲ ਤੱਕ ਖੜਿਆ ਰਹਿੰਦਾ ਸੀ। ਗਰਮੀ ਸਰਦੀ ਵਿੱਚ ਇੱਕ ਸਾਰ ਰਹਾ ਸਥਰ ਕਰ ਧੀਰਜ ਗੰਢ। ਤੇ ਇਵੇਂ ਧੀਰ ਗਾਂਢੋ ਨਹੀਂ ਗਾਢੋ, ਧੀਰਜ ਕਰਕੇ ਹੌਸਲਾ ਕਰਕੇ ਪੱਕਾ ਤੇ ਐ ਪਾਣੀ ਵਿੱਚ ਟਿਕਿਆ ਰਹਿੰਦਾ ਸੀ। ਗਲ ਤੱਕ ਪਾਣੀ ਹੁੰਦਾ ਸੀ ਮੇਰੇ ਤੇ ਖੜਿਆ ਰਹਿੰਦਾ ਸੀ ਮੈਂ ਜਲ ਵਿੱਚ। ਸਹਜ ਸੁਭਾਏ ਜਨਕ ਚਲ ਆਇਓ। ਇੱਕ ਦਿਨ ਦੀ ਗੱਲ ਹੈ ਵੀ ਸੁੱਤੇ ਸੇਧੀ ਸਹਿਜ ਸੁਭਾਏ ਜਨਕ ਰਾਜਾ ਚਲਦਾ ਚਲਦਾ ਆ ਗਿਆ ਉੱਥੇ। ਮੁਝੇ ਬਿਲੋਕਤ ਬਚਨ ਅਲਾਇਓ। ਮੈਨੂੰ ਤਪ ਕਰਦੇ ਨੂੰ ਵੇਖ ਕੇ ਜਨਕ ਰਾਜੇ ਨੇ ਬਚਨ ਕਿਹਾ, ਤਪ ਤੈ ਕਠਨ ਕੀਨ ਭਾ ਪੂਰਾ। ਕਹਿਣ ਲੱਗੇ ਵੀ ਹੇ ਮੁਨੀ, ਆਪ ਜੀ ਨੇ ਜਿਹੜਾ ਤਪ ਕੀਤਾ ਨਾ ਬੜਾ ਸਖਤ, ਉਹ ਕੀਤਾ ਹੋਇਆ ਸਖਤ ਤਪ ਤੁਹਾਡਾ ਪੂਰਾ ਹੋ ਗਿਆ ਹੈ। ਆਪ ਤਜ ਬਚਨ ਮਾਨ ਮਮਰੂਰਾ। ਇਸ ਕਰਕੇ ਸਾਡਾ ਜਿਹੜਾ ਸੋਹਣਾ ਬਚਨ ਹੈ ਉਹ ਤੁਸੀਂ ਮੰਨ ਲਓ
ਇਹ ਜਿਹੜਾ ਜਲ ਧਾਰਾ ਕਰ ਰਹੇ ਹੋ ਇਹਨੂੰ ਹੁਣ ਛੱਡ ਦਿਓ ਤਪ ਨੂੰ। ਜਹਾਂ ਸਤ ਸੰਗਤ ਹੋਤ ਸਮਾਜਾ, ਜਿੱਥੇ ਸਤ ਸੰਗਤ ਦਾ ਇਕੱਠ ਹੁੰਦਾ ਹੈ, ਪਰਮੇਸ਼ਰ ਦੀ ਸਤ ਸੰਗਤ ਭਲੇ ਪੁਰਸ਼ਾਂ ਦੀ ਹੁੰਦੀ ਹੈ, ਸੇਵਾ ਕਰਹੁ ਤਹਾਂ ਸੁਭ ਕਾਜਾ। ਉੱਥੇ ਜਾ ਕੇ ਜਿਹੜੀ ਹੈ ਤੁਸੀਂ ਸੇਵਾ ਕਰੋ, ਇਹ ਤੁਹਾਡੇ ਲਈ ਚੰਗਾ ਕੰਮ ਹੋਏਗਾ। ਕਿਉਂਕਿ ਹੱਠ ਦੇ ਤਪਾਂ ਦਾ ਫਲ ਸਤ ਸੰਗਤ ਦੀ ਸੇਵਾ ਵਿੱਚ ਹੈ। ਜਿਹੜਾ ਕੋਈ ਹਠੀਆ ਹੋਵੇ ਜਾਂ ਤਪੀਆ ਵੀ ਮੈਂ ਬੜਾ ਸਿਮਰਨ ਕਰਦਾ ਹਾਂ ਵੱਖਰਾ ਬਹਿ ਕੇ, ਉਹ ਹੰਕਾਰੀ ਹੋ ਜਾਂਦਾ ਹੈ। ਅਤੇ ਸੇਵਾ ਨਾਲ ਸਾਧ ਸੰਗਤ ਜੀ ਹੰਕਾਰ ਮਰਦਾ ਹੈ ਅਤੇ ਮਨ ਸ਼ੁੱਧ ਹੁੰਦਾ ਹੈ। ਇਹ ਜਿਹੜੀ ਵਿਸ਼ੇਸ਼ਤਾ ਭਗਤੀ ਮਾਰਗ ਦੇ ਦੱਸਣ ਦੀ ਗੱਲ ਇੱਥੇ ਕੀਤੀ ਹੋਈ ਹੈ ਜਨਕ ਰਾਜੇ ਨੇ, ਉਹ ਦਰਸਾਈ ਹੋਈ ਵੀ ਸੇਵਾ ਗੁਰੂ ਦੀ ਮਹਾਨ ਹੈ। ਗੁਰ ਸੇਵਾ ਤਪਾਂ ਸਿਰ ਤਪਸਾਰ, ਗੁਰੂ ਦੀ ਸੇਵਾ ਜਿਹੜੀ ਹੈ ਤਪਾਂ ਸਿਰ ਵੱਡਾ ਤਪ ਹੈ। ਅਤੇ ਜਿਹੜੇ ਕਰ ਲੈਂਦੇ ਉਹ ਬੜਾ ਲਾਹਾ ਲੈ ਲੈਂਦੇ, ਜਿਹੜੇ ਹਉਮੈ ਨੂੰ ਛੱਡ ਕੇ ਕਰਦੇ। ਉਹ ਸਤ ਸੰਗਤ ਦੀ ਮਹਿਮਾ ਜਣਾਉਂਦੇ ਹੋਏ ਜਨਕ ਰਾਜੇ ਨੇ ਕਿਹਾ ਵੀ ਮੁਨੀ ਜੀ, ਜਿੱਥੇ ਸਤ ਸੰਗਤ ਦਾ ਇਕੱਠ ਹੁੰਦਾ ਹੈ ਉੱਥੇ ਤੁਸੀਂ ਸੇਵਾ ਕਰੋ, ਇਹ ਤੁਹਾਡੇ ਲਈ ਬੜਾ ਚੰਗਾ ਹੀ ਕੰਮ ਹੋਏਗਾ। ਮਨ ਕੋ ਪ੍ਰਾਪਤ ਗਿਆਨ ਤਹਾਹੀ, ਆ ਜਿਹੜਾ ਜਲ ਧਾਰਾਂ ਕਰਦਿਆਂ ਹਜੇ ਤੱਕ ਸੰਤੋਖ ਨਹੀਂ ਨਾ ਕੋਈ ਹੋਇਆ, ਉੱਥੇ ਸਾਧ ਸੰਗਤ ਵਿੱਚ ਤੁਹਾਡੇ ਮਨ ਨੂੰ ਸੁੱਤੇ ਸਿੱਧੀ ਬ੍ਰਹਮ ਗਿਆਨ ਪ੍ਰਾਪਤ ਹੋ ਜਾਏਗਾ ਸੇਵਾ ਕਰਕੇ। ਮੁਕਤ ਉਚਿਤ ਹੋਇਆ ਸੰਸਾ ਨਾਹੀ, ਤੇ ਮੁਕਤੀ ਕੇਵਲ ਮੁਕਤੀ ਹੋਣੀ ਵੀ ਜੋਗ ਹੀ ਹੈ, ਇਹਦੇ ਵਿੱਚ ਤੇ ਕੋਈ ਸੰਸਾ ਨਹੀਂ ਹੈ, ਦੋ ਰਾਏ ਹੀ ਨਹੀਂ ਹੈ। ਦੋਹਰਾ ਚਰਨ ਬੰਦਨਾ ਮੈਂ ਕਰੀ, ਇਸ ਤਰ੍ਹਾਂ ਮੈਂ ਉਸ ਵੇਲੇ ਮਹਾਰਾਜ ਜਨਕ ਰਾਜੇ ਦੇ ਚਰਨਾਂ ਉੱਪਰ ਨਮਸਕਾਰ ਕੀਤੀ। ਕਹਿਓ ਬਚਨ ਤਿਨ ਸੰਗ, ਤੇ ਜਨਕ ਰਾਜੇ ਦੇ ਨਾਲ ਬਚਨ ਕਿਹਾ, ਏਕ ਬਰਖ ਔਰ ਕਰੋ। ਐ ਰਾਜਾ ਜਨਕ ਜੀ, 1 ਸਾਲ ਮੈਂ ਹਜੇ ਹੋਰ ਕਰਾਂਗਾ ਤਪ। ਪੁਨ ਪੂਰਨ ਬਿਨ ਭੰਗ, ਪੁਨ ਪੂਰਨ, ਫਿਰ ਮੇਰਾ ਜਿਹੜਾ ਤਪ ਹੈ ਐ ਵਿਗਣ ਤੋਂ ਰਹਿਤ, ਵਿਗਣ ਤੋਂ ਬਿਨਾਂ ਜਿਹੜਾ ਪੂਰਨ ਹੋ ਜਾਏਗਾ। ਚੌਪਈ ਸੁਨ ਕਾ ਬੋਲਿਓ ਬਚਨ ਵਿਦੇਹੂ, ਤੇ ਵੀ ਮੇਰਾ ਤਪ ਜਿਹੜਾ ਬਿਨਾਂ ਵਿਘਨ ਤੋਂ ਸੰਪੂਰਨ ਹੋ ਜਾਏਗਾ। ਸੁਣ ਕੇ ਜਿਹੜਾ ਜਨਕ ਰਾਜਾ ਵਿਦੇਹ ਮੁਕਤ ਉਸ ਵੇਲੇ ਬੋਲਿਆ, ਨੀਕੋ ਬਚਨ ਨਾ ਮਾਨਿਓ ਕੇਹੂ, ਇਹ ਅਸਾਂ ਨੇ ਚੰਗਾ ਬਚਨ ਤੈਨੂੰ ਕਿਹਾ ਸੀ ਤੇ ਤੂੰ ਉਹ ਸਾਡਾ ਚੰਗਾ ਬਚਨ ਹੋਇਆ ਕਿਹਾ ਹੋਇਆ ਮੰਨਿਆ ਨਹੀਂ ਹੈ। ਜਾਂ ਤੇ ਹੋਇਆ ਜਲ ਜੀਵ ਵਿਸਾਲਾ, ਇਹ ਸਾਧ ਸੰਗਤ ਦੀ ਸੇਵਾ ਤੇ ਬੜੀ ਵੱਡੀ ਹੈ, ਬਹੁਤ ਔਖੀ ਪ੍ਰਾਪਤ ਹੁੰਦੀ। ਤੈਨੂੰ ਕਹਿ ਰਹੇ ਤੂੰ ਬਚਨ ਨਹੀਂ ਸਾਡਾ ਚੰਗਾ ਮੰਨਿਆ। ਕਹਿੰਦੇ ਇਸ ਕਰਕੇ ਤੂੰ ਵੀ ਜਿਹੜਾ ਜਲ ਦਾ ਜੀਵ ਹੋ ਜਾ ਬਹੁਤ ਵੱਡਾ। ਜਲ ਮੈਂ ਰਹੋ ਸਦੀਵ ਵਿਸਾਲਾ, ਜਲ ਵਿੱਚ ਰਹਿਣ ਦਾ ਬਹੁਤਾ ਤੈਨੂੰ ਸ਼ੌਂਕ ਹੈ ਤੇ ਜਲ ਵਿੱਚ ਹੀ ਹਮੇਸ਼ਾ ਹੀ ਵੱਡਾ ਜੀਵ ਬਣ ਕੇ ਹਮੇਸ਼ਾ ਲਈ ਰਹੋ, ਬੈਠਾ ਰਹਿ ਜਲ ਵਿੱਚ ਹੀ ਜਾ ਕੇ। ਸੁਨ ਕੈ ਬਚਨ ਡਰਿਓ ਔਰ ਮਾਹੀ, ਉਸ ਵੇਲੇ ਗੁਰੂ ਨਾਨਕ ਸਾਹਿਬ ਜੀ ਸੁਣ ਕੇ ਬਚਨ ਮੈਂ ਆਪਣੇ ਹਿਰਦੇ ਵਿੱਚ ਬਹੁਤ ਡਰਿਆ। ਸਰਾਪ ਅੰਤ ਬੂਝਾ ਪਾਤਾਹੀ, ਤੇ ਆਪਣੇ ਜੋ ਉਹ ਜਨਕ ਰਾਜੇ ਨੇ ਮੈਨੂੰ ਸ਼ਰਾਪ ਦਿੱਤਾ ਹੋਇਆ ਸੀ, ਉਹ ਸ਼ਰਾਪ ਦਾ ਅੰਤ ਮੈਂ ਪੁੱਛਿਆ। ਬਨ ਕੈ ਬਨ ਕੋ ਜੀਵ ਬਹੋਰੀ, ਬਨ ਕਹਿਣ ਲੱਗੇ ਵੀ ਵੇਖੋ ਜੀ ਤੁਸਾਂ ਨੇ ਕਹਿ ਦਿੱਤਾ ਵੀ ਬਣ ਵੀ ਜਲ ਦਾ ਜੀਵ ਬਣ ਕੇ ਤੇ ਤੂੰ ਰਹਿ, ਤੇ ਕਹਿੰਦੇ ਵੀ ਹੇ ਜਨਕ ਰਾਜਾ ਜੀ ਉਹ ਜਲ ਦਾ ਜੀਵ ਮੈਂ ਕਿੰਨਾ ਚਿਰ ਤੱਕ ਬਣ ਕੇ ਰਵਾਂਗਾ, ਉਸ ਤੋਂ ਬਾਅਦ ਹੋਏ ਕਿ ਨਹੀਂ ਮੁਕਤ ਕਬ ਮੋਰੀ, ਮੇਰੀ ਕਦੀ ਮੁਕਤੀ ਵੀ ਹੋਏਗੀ ਨਹੀਂ, ਫਿਰ ਕਿ ਜਾਂ ਮੈਂ ਇਵੇਂ ਜਲ ਦਾ ਜੀਵ ਬਣ ਕੇ ਬੈਠਾ ਰਹਾਂਗਾ। ਬੋਲਿਓ ਜਨਕ ਆਏ ਕਲ ਕਾਲਾ, ਉਸ ਵੇਲੇ ਮੈਨੂੰ ਦੀਨ ਮਾਣੇ ਨੂੰ ਹੋਇਆ ਵੇਖ ਕੇ ਜਨਕ ਰਾਜਾ ਬੋਲਿਆ ਵੀ ਹੇ ਮੁਨੀ ਜੀ ਜਦੋਂ ਕਲਯੁਗ ਦਾ ਸਮਾਂ ਆਏਗਾ ਤਬ ਧਰ ਹੈ ਅਵਤਾਰ ਕਿਰਪਾਲਾ, ਤਦੋਂ ਜੋ ਕਿਰਪਾਲੂ ਦਿਆਲੂ ਪਰਮੇਸ਼ਰ ਹੈ ਉਹ ਗੁਰੂ ਨਾਨਕ ਸਾਹਿਬ ਜੀ ਦਾ ਅਵਤਾਰ ਧਾਰੇਗਾ। ਤਿਨ ਕੇ ਚਰਨ ਛਹਿ ਜਬ ਆਈ, ਤੇ ਉਹ ਗੁਰੂ ਨਾਨਕ ਸਾਹਿਬ ਜੋ ਪਰਮੇਸ਼ਰ ਰੂਪ ਹੋਣਗੇ ਤੇ
ਜਦੋਂ ਉਹ ਆ ਕੇ ਤੈਨੂੰ ਆਪਣਾ ਚਰਨ ਛੁਹਾਉਣਗੇ, ਲਾਉਣਗੇ, ਤਬ ਇਹ ਸਰਾਪ ਨਾਸ ਹੈ ਜਾਈ। ਸਾਡਾ ਦਿੱਤਾ ਹੋਇਆ ਸਰਾਪ ਤੇਰਾ ਇਹ ਜਿਹੜਾ ਨਾਸ ਹੋ ਜਾਏਗਾ ਉਸ ਵੇਲੇ। ਲਖੋ ਮੈਂ ਕੈਸੇ ਭੇਦ ਸਰਬ ਸਮਝਾਵੋ ਤੈਸੇ, ਬੂਝਿਓ ਜਨਕ ਲਖੋ ਮੈਂ ਕੈਸੇ। ਜਨਕ ਰਾਜਾ ਜਿਹੜਾ ਉਸ ਵੇਲੇ ਕਹਿੰਦੇ ਵੀ ਮੈਨੂੰ ਇਹ ਕੁਝ ਦੱਸ ਦਿੱਤਾ। ਫਿਰ ਮੈਂ ਜਨਕ ਰਾਜ ਨੂੰ ਪੁੱਛਿਆ ਵੀ ਰਾਜਾ ਜੀ ਵੀ ਮੈਂ ਕਿਵੇਂ ਜਾਣਾਂਗਾ ਵੀ ਪਰਮੇਸ਼ਰ ਰੂਪ ਗੁਰੂ ਨਾਨਕ ਸਾਹਿਬ ਜੀ ਆ ਗਏ ਹੈ। ਭੇਦ ਸਰਬ ਸਮਝਾਵਹੁ ਤੈਸੇ। ਉਸ ਤਰ੍ਹਾਂ ਮੈਨੂੰ ਸਾਰਾ ਭੇਦ ਸਾਰਾ ਸਮਝਾ ਦਿਓ ਵੀ ਨਿਸ਼ਾਨੀਆਂ ਦੱਸ ਦਿਓ, ਪਤਾ ਲੱਗ ਜਾਏ ਵੀ ਗੁਰੂ ਨਾਨਕ ਸਾਹਿਬ ਆ ਗਏ ਹੈ। ਸੁਨਹਾ ਮੁਨੀ ਜਬ ਮਿਲ ਹੈ ਆਈ। ਤੇ ਜਨਕ ਰਾਜਾ ਜੀ ਬੋਲੇ, ਹੇ ਮੁਨੀ ਸੁਣੋ, ਜਦੋਂ ਆ ਕੇ ਤੁਹਾਨੂੰ ਗੁਰੂ ਨਾਨਕ ਸਾਹਿਬ ਪਰਮੇਸ਼ਰ ਰੂਪ ਮਿਲਣਗੇ, ਚਰਨ ਸ਼ਬਤ ਸੁਧ ਹੋਇ ਤੁਝ ਤਾਈ। ਤੇਰੇ ਤਾਈ ਉਹਨਾਂ ਦਾ ਚਰਨ ਛੂੰਹਦਿਆਂ ਹੀ ਤੈਨੂੰ ਸਾਰੇ ਆਪਣੇ ਪਿਛਲੇ ਜਨਮਾਂ ਦੀ ਸੁੱਧ ਹੋ ਜਾਏਗੀ, ਖਬਰ ਹੋ ਜਾਏਗੀ। ਮੁਕਤ ਕਰ ਹੈ ਪੁਨ ਜਾਏ ਅਗਾਰੀ। ਤੇ ਤੈਨੂੰ ਗੁਰੂ ਨਾਨਕ ਸਾਹਿਬ ਮੁਕਤ ਕਰਕੇ ਤੇ ਫੇਰ ਹੀ ਅੱਗੇ ਜਾਣਗੇ। ਸੋ ਤੁਮ ਸ੍ਰੀ ਨਾਨਕ ਨਿਰੰਕਾਰੀ। ਹੇ ਗੁਰੂ ਨਾਨਕ ਸਾਹਿਬ ਜੀ, ਜੋ ਜਨਕ ਰਾਜ ਨੇ ਦੱਸਿਆ ਜਿਵੇਂ ਕਿਹਾ ਹੈ ਉਸੇ ਤਰ੍ਹਾਂ ਹੀ ਕਿਰਪਾ ਹੋਈ, ਤੁਹਾਡਾ ਚਰਨ ਛੂੰਹਦਿਆਂ ਹੀ ਮੈਨੂੰ ਸੁੱਧ ਆਈ ਹੈ। ਇਸ ਕਰਕੇ ਉਹੀਓ ਤੁਸੀਂ ਸ੍ਰੀ ਗੁਰੂ ਨਾਨਕ ਨਿਰੰਕਾਰੀ ਪਰਮੇਸ਼ਰ ਰੂਪ ਹੋ। ਅਬ ਉਧਾਰ ਮੇਰਾ ਕਰ ਦੀਜਾ। ਹੁਣ ਮੇਰਾ ਮੱਛ ਬਣੇ ਦਾ ਆਪ ਜੀ ਉਧਾਰ ਕਰ ਦਈਏ, ਤਾਰ ਦਈਏ। ਸਰਨ ਸਰਨ ਮੈਂ ਸਰਨ ਰਖੀਜਾ। ਮੈਨੂੰ ਮੁਨੀ ਨੂੰ ਆਪਣੀ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਸ਼ਰਨ ਵਿੱਚ ਰੱਖ ਲਈਏ ਜੀ। ਇਹ ਕੇ ਬੈਨ ਸੁਨੇ ਗੁਣ ਖਾਨੀ। ਜਾਂ ਐਵੇਂ ਵੀ ਮੈਂ ਆਪ ਜੀ ਦੀ ਮਨ ਬਾਣੀ ਸਰੀਰ ਕਰਕੇ ਸ਼ਰਨ ਵਿੱਚ ਹਾਂ, ਆਪ ਜੀ ਸ਼ਰਨ ਵਿੱਚ ਰੱਖ ਲਈਏ। ਉਸ ਵੇਲੇ ਉਹ ਜੋ ਮੱਛ ਬਣਿਆ ਹੋਇਆ ਸੀ ਮੁਨੀ, ਉਹਦੇ ਬਚਨ ਸੁਣੇ ਗੁਣਾਂ ਦੀ ਖਾਨ ਸਤਿਗੁਰੂ ਨੇ। ਬੋਲੇ ਮਧੁਰ ਮ੍ਰਿਦਲ ਮੁਖ ਬਾਣੀ। ਗੁਰੂ ਅੰਗਦ ਦੇਵ ਸਾਹਿਬ ਜੀ, ਗੁਰੂ ਨਾਨਕ ਸਾਹਿਬ ਜੀ ਬੜੇ ਮਿੱਠੇ ਪਿਆਰੇ ਕੋਮਲ ਮੁਖੋਂ ਬਚਨ ਬੋਲੇ ਐ। ਅਸ਼ਟੰਗ ਜਾਮ ਆਰ ਬਲ ਤੇਰੀ। ਮਹਾਰਾਜ ਕਹਿਣ ਲੱਗੇ ਵੀ ਹੇ 100 ਕੋਹ ਦੇ ਮੱਛ ਵਿੱਚ ਬਣੇ ਹੋਏ ਮੁਨੀ, ਆ ਤੇਰੀ ਜਿਹੜੀ ਉਮਰ ਹੈ ਨਾ ਉਹ 8 ਕੁ ਪੈਰ ਹੀ ਰਹਿ ਗਈ ਹੈ। ਪੁਨ ਛੂਟ ਹੈ ਝਾਖ ਦੇਹ ਵਡੇਰੀ। ਜਿਹੜੀ ਮੱਛ ਦੀ ਦੇਹ ਬੜੀ ਵੱਡੀ ਪਾਈ ਹੋਈ ਹੈ ਫਿਰ ਛੁੱਟ ਜਾਏਗੀ 8 ਪੈਰਾਂ ਤੋਂ ਬਾਅਦ। ਵਾਹਿਗੁਰੂ ਸਿਮਰਹੁ ਤਬ ਤਾਈ। ਤੇ ਇਸ ਕਰਕੇ ਤੂੰ ਤਬ ਤਾਈ 8 ਪੈਰਾਂ ਤੱਕ ਜਿਹੜਾ ਵਾਹਿਗੁਰੂ ਵਾਹਿਗੁਰੂ ਸਿਮਰਨ ਹੈ ਇਹਨੂੰ ਵੀ ਕਰ। ਤੇਰੀ ਗਤ ਕਰ ਹੈ ਹਮ ਜਾਈ। ਤੇਰੀ ਜਿਹੜੀ ਇਸ ਸਰੀਰ ਤੋਂ ਛਡਾ ਕੇ ਕਲਿਆਣ ਕਰਕੇ ਅਸੀਂ ਅੱਗੇ ਜਾਵਾਂਗੇ। ਅਸ਼ਟ ਪਹਿਰ ਤਿਨ ਕੀ ਜਪ ਜਾਪੋ। ਇਹ ਗੁਰੂ ਅੰਗਦ ਦੇਵ ਸਾਹਿਬ ਜੀ, ਜਦੋਂ ਉਹ ਮੱਛ ਬਣੇ ਹੋਏ ਮੁਨੀ ਨੇ 8 ਪੈਰ ਜਿਹੜਾ ਜਾਪ ਕੀਤਾ ਵਾਹਿਗੁਰੂ ਸਿਮਰਨ ਦਾ, ਛੂਟਿਓ ਬਹੁਰ ਦੀਨ ਜੋ ਸਰਾਪੋ। ਜੋ ਰਾਜੇ ਜਨਕ ਨੇ ਸ਼ਰਾਪ ਦਿੱਤਾ ਹੋਇਆ ਸੀ ਤੇ ਕਿ ਤੂੰ ਮੱਛ ਬਣ ਜਾ ਕੇ ਜੀਵ ਬਣ ਜਲਦਾ, ਉਹ ਸਰੀਰ ਮੱਛ ਦਾ ਇਹਦਾ ਫਿਰ ਛੁੱਟ ਗਿਆ। ਝਾਖ ਤਨ ਤਜ ਕੈ ਸੋ ਤਿਹ ਕਾਲਾ। ਉਸ ਸਮੇਂ ਮਗਰ ਮੱਛ ਵਾਲਾ ਸਰੀਰ ਛੱਡ ਕੇ ਭਾਇਓ ਚਤੁਰ ਭੁਜ ਰੂਪ ਵਿਸਾਲਾ। ਬਹੁਤ ਹੀ ਜੋ ਮਹਾਨ ਸਰੂਪ ਹੈ, 4 ਬਾਹਾਂ ਵਾਲਾ ਵਿਸ਼ਨੂੰ ਭਗਵਾਨ ਵਾਲਾ ਉਹ ਹੋ ਗਿਆ। ਸੀਸ ਤੇ ਮੁਕਟ, ਪੀਤੰਬਰ ਵਸਤਰ, ਸ਼ਾਮ ਰੰਗ, ਐਵੇਂ 4 ਬਾਹਾਂ, ਗਦਾ, ਸੰਖ, ਚੱਕਰ, ਇਹ ਕੁਝ ਉਹ ਸਰੂਪ ਜਿਹੜਾ ਇਹਦਾ ਹੋ ਗਿਆ ਚਤੁਰਭੁਜੀ। ਕੁੰਡਲ ਕਰਨ ਬਰਨ ਜਿਹ ਸ਼ਿਆਮੋ। ਕੰਨਾਂ ਵਿੱਚ ਕੁੰਡਲ ਹੈ ਤੇ ਜਿਸ ਦਾ ਸ਼ਾਮ ਰੰਗ ਹੈ ਬੱਦਲ ਵਰਗਾ ਕਾਲਾ। ਸੁੰਦਰ ਦੇਹ ਦਤੀ ਜਨ ਕਾਮੋ। ਐਵੇਂ ਬੜੀ ਸੋਹਣੀ ਦੇਹ ਹੋ ਗਈ ਹੈ, ਮਾਨੋ ਕਿ ਦੂਸਰਾ ਹੀ ਕਾਮਦੇਵ ਆ ਗਿਆ ਹੈ। ਉਸਤਤ ਕਰ ਬੈਕੁੰਠ ਸਿਧਾਰਿਓ। ਇਸ ਤਰ੍ਹਾਂ ਉਹ ਮੱਛ ਬਣਿਆ ਹੋਇਆ ਸੀ ਜੋ ਮੁਨੀ, ਉਹ ਸੋਹਣੇ ਸਰੀਰ ਵਿੱਚ ਹੋ ਕੇ ਸਤਿਗੁਰ ਜੀ ਦੀ ਉਸਤਤ ਕਰਕੇ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰਿਅੰ ਕਰਿਅੰ ਨਰਨਾਮੇ ਅਕਾਮੇ,
ਤੇ ਬੈਕੁੰਠ ਨੂੰ ਜਿਹੜਾ ਚਲਾ ਗਿਆ। ਜੈ ਜੈ ਸਤਿਗੁਰ ਬਚਨ ਉਚਾਰਿਓ। ਜਾਂਦੇ ਸਮੇਂ ਵੀ ਹੇ ਗੁਰੂ ਨਾਨਕ ਸਾਹਿਬ ਜੀ, ਆਪ ਜੀ ਦੀ ਜੈ ਹੋਵੇ, ਆਪ ਜੀ ਦੀ ਫਤਿਹ ਜਿੱਤ ਹੋਵੇ, ਇਹ ਸ਼ਬਦ ਬਚਨ ਉਚਾਰਿਆ। ਪੁਨ ਗਮਨੇ ਬੇਦੀ ਕੁਲ ਦੀਪਾ। ਬੇਦੀਆਂ ਦੀ ਕੁਲ ਦੇ ਪ੍ਰਕਾਸ਼ ਰੂਪ ਸਤਿਗੁਰ ਜੀ ਫਿਰ ਅੱਗੇ ਚਲੇ ਗਏ। ਪਹੁੰਚੇ ਲੰਕਾ ਕੇਰ ਸਮੀਪਾ। ਜੋ ਲੰਕਾ ਹੈ ਸੋਨੇ ਦੀ, ਉਹਦੇ ਕੋਲ ਸਤਿਗੁਰ ਜੀ ਜਾ ਪਹੁੰਚੇ। ਫਿਰਤ ਬ੍ਰਿੰਦ ਤਹ ਦੀਰਘ ਦਾਨ। ਉੱਥੇ ਜਿਹੜੇ ਬੜੇ ਤਗੜੇ ਤਗੜੇ ਦੈਂਤ ਜਿਹੜੇ ਫਿਰ ਰਹੇ ਸੀ। ਗਿਰ ਕੱਜਲ ਕੇ ਵਿਚਰਤ ਮਾਨਾ। ਮਾਨੋ ਕਿ ਉਹ ਦੈਂਤ ਕਾਦੇ ਐਵੇਂ ਸੁਰਮੇ ਦੇ ਕਾਲੇ ਦੇ ਪਹਾੜੀ ਵਿਚਰ ਰਹੇ ਸਨ, ਐਵੇਂ ਕਾਲੇ ਕਾਲੇ ਸਨ ਦੈਂਤ। ਤਿਨਹਿ ਬਿਲੋਕ ਡਰਿਓ ਮਰਦਾਨਾ। ਉਹ ਕਾਲੇ ਕਾਲੇ ਦੈਂਤਾਂ ਨੂੰ ਵੇਖ ਕੇ ਭਾਈ ਮਰਦਾਨਾ ਬੜਾ ਡਰਿਆ। ਹੋਏ ਅਧੀਰਜ ਬਚਨ ਬਖਾਨਾ। ਅਧੀਰਜਾ ਹੋ ਕੇ, ਬੇਹੌਸਲਾ ਜਾ ਹੋ ਕੇ ਬਚਨ ਕਿਹਾ। ਰਾਖਸ ਗਹ ਆਨ ਹਮ ਤਾਈ। ਮਹਾਰਾਜ ਜੀ ਸਾਡੇ ਤਾਈਂ ਆ ਕੇ ਜਿਹੜਾ ਰਾਖਸ਼ ਸਾਨੂੰ ਫੜ ਲੈਣਗੇ। ਭਖਿਆ ਨਾ ਕਰਾ ਨਾ ਬਿਲਮ ਲਗਾਈ। ਸਾਨੂੰ ਸ਼ੱਕ ਖਾ ਲੈਣਾ ਕਰਨਗੇ, ਦੇਰੀ ਨਹੀਂ ਲਾਉਣਗੇ। ਇਨ ਸਮੀਪ ਨਹ ਚਲਹੁ ਗਸਾਈ। ਸੰਸਾਰ ਦੇ ਮਾਲਕ ਗੁਰੂ ਨਾਨਕ ਸਾਹਿਬ ਜੀ, ਤੁਸੀਂ ਇਹਨਾਂ ਦੇ ਕੋਲ ਦੀ ਹੋ ਕੇ ਨਾ ਚੱਲੋ ਜਾਓ। ਅਪਰ ਸਥਾਨ ਬਿਲੋਕ ਹੋ ਜਾਈ। ਹੋਰ ਸਥਾਨ ਦੀ ਲੰਘ ਕਰਕੇ ਤੇ ਲੰਕਾ ਨੂੰ ਜਾ ਦੇਖੋ। ਸੁਨ ਕੈ ਬੋਲੇ ਪਰਮ ਪੁਨੀਤਾ। ਉਸ ਵੇਲੇ ਜੋ ਮਹਾਨ ਪਰਮ ਪੁਨੀਤ ਸਤਿਗੁਰ ਜੀ ਹੈ, ਭਾਈ ਮਰਦਾਨੇ ਤੋਂ ਸੁਣ ਕੇ ਬੋਲੇ। ਪੜਤ ਸੁਨਤ ਰਹਤਾ ਤੂੰ ਨੀਤਾ। ਕਹਿੰਦੇ ਵੇਖ ਲਾ ਮਰਦਾਨਿਆ, ਤੂੰ ਸਾਡੇ ਨਾਲ ਰਹਿ ਕੇ ਗੁਰਬਾਣੀ ਪੜ੍ਹਦਾ ਵੀ ਹੈ, ਗੁਰਬਾਣੀ ਸੁਣਦਾ ਵੀ ਹੈ, ਸਾਡੇ ਬਚਨ ਹਮੇਸ਼ਾ ਸੁਣਦਾ ਵੀ ਰਹਿੰਦਾ ਹੈ। ਹਿਰਦਾ ਵਿਚਾਰ ਏਕ ਨਹ ਆਇਓ। ਫਿਰ ਵੀ ਤੇਰੇ ਹਿਰਦੇ ਵਿੱਚ ਚੰਗਾ ਵਿਚਾਰ ਅੱਜ ਤੱਕ ਇੱਕ ਨਹੀਂ ਆਇਆ। ਮਹਾ ਮੋਹ ਮੈਂ ਮਨ ਬਿਰਮਾਇਓ। ਵੱਡਾ ਜਿਹੜਾ ਮੋਹ ਹੈ ਉਹਦੇ ਵਿੱਚ ਹੀ ਮਨ ਕਰਕੇ ਤੂੰ ਭੁੱਲ ਰਿਹਾ ਹੈ, ਮਨ ਭਰਮਾਇਆ ਲਾਇਆ ਪਰਚਾਇਆ ਹੈ। ਲੱਗਾ ਭੂਤ ਤੁਝ ਤਨ ਅਭਿਮਾਨਾ। ਗੱਲ ਅਸਲ ਵਿੱਚ ਵੀ ਤੇਰੇ ਜਿਹੜੇ ਸਰੀਰ ਨੂੰ ਨਾ ਹਉਮੈ ਦਾ ਬੜਾ ਤਗੜਾ ਭੂਤ ਲੱਗਾ ਹੈ ਮਰਦਾਨਿਆ। ਜਾਂ ਤੇ ਮਨ ਨਹਿ ਭਰਮ ਮਿਟਾਨਾ। ਇਸੇ ਕਰਕੇ ਮਨ ਦਾ ਜਿਹੜਾ ਭਰਮ ਪੰਜ ਪ੍ਰਕਾਰ ਦਾ ਤੂੰ ਮਿਟਾਉਣਾ ਹੀ ਨਹੀਂ ਕੀਤਾ ਅਜੇ ਤੱਕ। ਜਿਹ ਕੋ ਭੂਤ ਲਗਤ ਹੈ ਆਏ। ਜਿਸ ਨੂੰ ਕਹਿੰਦੇ ਵੀ ਭੂਤ ਆ ਕੇ ਲੱਗ ਜਾਏ ਨਾ ਸਰੀਰ ਨੂੰ, ਸੋ ਸਰੂਪ ਨਿਜ ਦਾਤ ਸੋ ਸਰੂਪ ਨਿਜ ਦੇਤ ਭੁਲਾਏ। ਉਹ ਪੁਰਸ਼ ਆਪਣੇ ਸਰੂਪ ਨੂੰ ਭੁਲਾ ਦਿੰਦਾ ਵੀ ਮੈਂ ਬੰਦਾ ਹਾਂ, ਉਹ ਭੂਤਾਂ ਵਾਲੇ ਕੰਮ ਕਰਦਾ ਹੈ। ਆਪ ਭੂਤ ਨਾ ਹੋਵਤ ਸੋ। ਉਹ ਆਪਣੇ ਸਰੂਪ ਨੂੰ ਭੁਲਾ ਕੇ ਭੂਤ ਨਾ ਹੋ ਜਾਂਦਾ, ਬਣ ਜਾਂਦਾ ਹੈ। ਮੰਤਰਨ ਸੋ ਝਾਰਾ ਜੋ ਕੋ। ਜੇ ਕੋਈ ਆ ਪਖੰਡੀ ਜਾਂ ਵੀ ਜਿਹੜਾ ਕੋਈ ਮੰਤਰ ਜੰਤਰ ਜਾਣਦਾ ਹੋਵੇ, ਮੰਤਰਾਂ ਨਾਲ ਉਹ ਭੂਤ ਲੱਗੇ ਵਾਲੇ ਨੂੰ ਝਾੜੇ। ਨਿਗਸਹਿ ਭੂਤ ਵਹਿਰ ਸੁਧ ਜਾਣਹਿ। ਉਹਦਾ ਭੂਤ ਅੰਦਰੋਂ ਬਾਹਰ ਨਿਕਲ ਜਾਂਦਾ ਹੈ ਤੇ ਉਹਨੂੰ ਉਹ ਸੁੱਧ ਜਾਣ ਲੈਂਦਾ ਹੈ, ਹੋਸ਼ ਉਹਨੂੰ ਆ ਜਾਂਦੀ, ਆਪਣੀ ਖਬਰ ਜਾਣ ਲੈਂਦਾ ਹੈ। ਨਿਜ ਸਰੂਪ ਕੋ ਤਬਹਿ ਪਛਾਨਹਿ। ਆਪਣੇ ਸਰੂਪ ਨੂੰ ਤਦੋਂ ਹੀ ਪਛਾਣਦਾ ਵੀ ਮੈਂ ਭੂਤ ਨਹੀਂ, ਮੈਂ ਤੇ ਬੰਦਾ ਹਾਂ। ਜਬ ਲਗ ਭੂਤ ਲਗਾ ਦੁਖ ਪਾਵਹਿ। ਜਦੋਂ ਤੱਕ ਉਹਨੂੰ ਭੂਤ ਲੱਗਾ ਰਹਿੰਦਾ, ਚੰਬੜਿਆ ਰਹਿੰਦਾ, ਉਹ ਬੜਾ ਦੁੱਖ ਪਾਉਂਦਾ, ਉਹੋ ਜਿਹੀਆਂ ਹਰਕਤਾਂ ਕਰਦਾ ਮਾੜੀਆਂ। ਨਿਗਸਹਿ ਵਹਿਰ ਆਨੰਦ ਸਮਾਵਹਿ। ਜਦੋਂ ਇਹ ਮੰਤਰਾਂ ਨਾਲ ਉਹ ਭੂਤ ਬਾਹਰ ਨਿਕਲ ਜਾਂਦਾ ਸਰੀਰ ਵਿੱਚੋਂ ਤੇ ਆਨੰਦ ਵਿੱਚ ਸਮਾ ਜਾਂਦਾ, ਉਹ ਸੁਖ ਸਰੂਪ ਵਿੱਚ ਸਮਾ ਜਾਂਦਾ ਹੈ ਮਨੁੱਖ। ਤਨ ਹੰਤਾ ਤੁਝ ਲਾਗਿਓ ਭੂਤੰ। ਮਰਦਾਨਿਆ ਸਮਝ ਲੈ, ਇਸੇ ਤਰ੍ਹਾਂ ਹੀ ਤੈਨੂੰ ਜਿਹੜਾ ਨਾ ਤੇਰੇ ਸਰੀਰ ਨੂੰ ਸਰੀਰ ਦੀ ਹਉਮੈ ਰੂਪੀ ਭੂਤ ਲੱਗਾ ਹੋਇਆ ਹੈ। ਨਿਜ ਸਰੂਪ ਭੁੱਲਿਓ ਅਤ ਕੂਤੰ। ਜੋ ਆ ਬਹੁਤ ਹੀ ਪਵਿੱਤਰ ਹੈ ਤੇਰਾ ਆਪਣਾ ਸਰੂਪ, ਉਹਨੂੰ ਤੇ ਤੂੰ ਭੁੱਲਿਆ ਪਿਆ ਹੈ। ਮੰਤਰ ਸਤਿਗੁਰ ਸ਼ਬਦ ਸੁਜਾਨਾ। ਸੁਗੜ ਸੁਜਾਨ ਜੋ ਸਤਿਗੁਰੂ ਹੈ, ਉਹਨਾਂ ਦਾ ਸ਼ਬਦ ਜੋ ਮੰਤਰ ਦੀ ਨਿਆਈ ਹੈ। ਹਿਰਦਾ ਬਸਾ ਮਿਟਹਿ ਤਨ ਮਾਨਾ। ਜੇ ਉਹ ਮਨੁੱਖ ਦੇ ਜਿਹਦੇ ਸਰੀਰ ਨੂੰ ਤਨ ਦੀ ਹੰਗਤਾ ਰੂਪ ਭੂਤ ਲੱਗਾ ਹੈ, ਤੇ ਜੋ ਆਪਣੇ ਹਿਰਦੇ ਵਿੱਚ ਉਹਦੇ ਵਸ ਜਾਏ ਗੁਰੂ ਦਾ ਸ਼ਬਦ ਮੰਤਰ, ਤੇ ਉਹਦਾ ਸਰੀਰ ਦਾ ਮਾਣ, ਸਰੀਰ ਦੀ ਹਉਮੈ ਮਿਟ ਜਾਂਦੀ ਹੈ। ਤਨ ਹੰਤਾ ਜਬ ਸਰਬ ਗਵਾਈ। ਉਹਦੇ ਤਨ ਦਾ ਹੰਕਾਰ ਮਿਟ ਜਾਂਦਾ ਹੈ, ਤੇ ਤਨ ਦੀ ਹੰਤਾ
ਪਾਉ ਤਨ ਦੀ ਹਉਮੈ ਜਦੋਂ ਸਾਰੀ ਗਵਾ ਲੈਂਦਾ ਹੈ। ਨਿਜ ਸਰੂਪ ਹੋ ਗਇਓ ਲਖਾਈ। ਫਿਰ ਉਸ ਨੂੰ ਆਪਣੇ ਸਰੂਪ ਦਾ ਜਿਹੜਾ ਪਛਾਣ ਹੋ ਜਾਂਦੀ ਹੈ, ਪਛਾਣ ਹੋ ਗਿਆ, ਪਛਾਣਨ ਵਾਲਾ ਹੋ ਗਿਆ। ਜਿਹੜਾ ਆਪਣੇ ਇਵੇਂ ਅੰਦਰੋਂ ਸਰੀਰ ਦਾ ਮਾਣ ਛੱਡ ਦਿੰਦਾ, ਤਨ ਦੀ ਹੰਗਤਾ ਛੱਡ ਦਿੰਦਾ, ਗਵਾ ਲੈਂਦਾ, ਉਸ ਨੂੰ ਆਪਣੇ ਸਰੂਪ ਦਾ ਗਿਆਨ ਹੋ ਗਿਆ ਮਰਦਾਨਿਆਂ। ਤਬ ਹੀ ਪਾਵਹਿ ਮੁਕਤ ਆਨੰਦਾ। ਤਦੋਂ ਹੀ ਉਹ ਜਿਹੜੇ ਮੁਕਤੀ ਹੈ, ਆਨੰਦ ਸਰੂਪ ਉਹਨੂੰ ਪਾ ਲੈਂਦਾ ਹੈ। ਬੰਧਨ ਡਾਰ ਮਿਟਾ ਜਮ ਫੰਦਾ। ਜੋ ਮੋਹ ਮਮਤਾ ਦੇ ਬੰਧਨ ਹੈ ਉਹ ਸੁੱਟ ਦਿੰਦਾ, ਲਾ ਕੇ ਜਮ ਦੀਆਂ ਫਾਈਆਂ ਵੀ ਉਹਦੀਆਂ ਮਿਟ ਜਾਂਦੀਆਂ, ਜਿਹੜਾ ਸਰੂਪ ਨੂੰ ਜਾਣ ਲੈਂਦਾ ਹੈ। ਜੈਸੇ ਸਾਪ ਕੰਚ ਕੀ ਡਾਰ। ਜਿਸ ਤਰ੍ਹਾਂ ਸੱਪ ਆਪਣੀ ਕੁੰਜ ਜੀ ਲਾ ਕੇ ਸੁੱਟ ਦਿੰਦਾ ਜਿੱਥੇ ਮਰਜੀ, ਤਿਉ ਹਟ ਕਾ ਨਹ ਬਹੁਰ ਸੰਭਾਰਾ। ਫਿਰ ਉਹ ਸੱਪ ਜਿਹੜਾ ਮੁੜ ਕੁੰਜ ਆਪਣੀ ਸੰਭਾਲਦਾ ਨਹੀਂ, ਵੀ ਫਿਰ ਉਹੀ ਪਾਲਾਂ ਉਹਨੂੰ ਛੱਡ ਦਿੰਦਾ ਹੈ। ਤਿਵੇਂ ਜਿਹੜਾ ਸਰੀਰ ਦੀ ਹੰਗਤਾ ਰੂਪੀ ਕੁੰਜ ਲਾ ਜਾਂਦਾ ਹੈ, ਹਟ ਜਾਂਦਾ, ਫਿਰ ਉਹ ਸਰੀਰ ਦੀ ਹੰਗਤਾ ਸੰਭਾਲਦਾ ਨਹੀਂ ਹੈ, ਹਉਮੈ ਛੱਡ ਦਿੰਦਾ ਹੈ। ਤਨ ਕੋ ਮੋਹ ਨਾ ਕਬਹਿ ਲਹਹਿ। ਫਿਰ ਉਹ ਸਰੀਰ ਦਾ ਮੋਹ ਕਦੀ ਨਹੀਂ ਲੈਂਦਾ ਜਾਣਦਾ। ਮ੍ਰਿਤ ਕਿਦੋਂ ਜੀਵਤ ਬਹੁ ਰਹੀ। ਭਾਵੇਂ ਉਹ ਜਿੰਦਾ ਰਹੇ ਬਹੁਤਾ ਸਮਾਂ, ਤੇ ਬਹੁਤਾ ਸਮਾਂ ਜਿੰਦਾ ਰਹਿ ਕੇ ਤੇ ਉਹ ਰਹੇ, ਜਾਂ ਉਹਦੀ ਮੌਤ ਹੋ ਜਾਏ। ਨਾਸਵੰਤ ਨਿਤ ਲਖ ਹੈ ਸਰੀਰਾ। ਉਹ ਤੇ ਗਿਆਨੀ ਪੁਰਸ਼ ਹਮੇਸ਼ਾ ਆਪਣੇ ਸਰੀਰ ਨੂੰ ਨਾਸਵੰਤ ਜਾਣਦਾ ਹੈ, ਵੀ ਦੇਹ ਅਨਿਤ ਨਾ ਨਿਤ ਰਹਿ। ਵੀ ਦੇਹ ਜਿਹੜੀ ਹੈ ਤੇ ਐਸੀ ਹੈ, ਪੰਜ ਤੱਤਾਂ ਦੀ ਨਾਸ ਹੋਣੀ ਹੈ। ਆਤਮਾ ਮੇਰੀ ਤੇ ਕਦੀ ਮਰਦੀ ਨਹੀਂ ਹੈ, ਉਹ ਤੇ ਅਮਰ ਹੈ, ਅਜਰ ਹੈ। ਨਹੀਂ ਕਦਾਚਿਤ ਮਾਨਹਿ ਪੀਰਾ। ਕਦੇ ਵੀ ਉਹ ਫਿਰ ਸਰੀਰ ਨੂੰ ਕੋਈ ਤੰਗੀ ਦੇਵੇ, ਪੀੜ ਨਹੀਂ ਮੰਨਦਾ। ਕਾਇਆ ਕੱਪ ਚੀਰ ਬਹੁ ਫਾਰੈ। ਭਾਵੇਂ ਸਰੀਰ ਨੂੰ ਕੋਈ ਕੱਪੜੇ ਵਾਂਗ ਲੀਰਾਂ ਕਰ ਦੇਵੇ, ਬੰਦ ਕੱਟ ਦੇਵੇ, ਉਹ ਕਦੀ ਪੀੜਾ ਨਹੀਂ ਮੰਨਦਾ ਕਿ ਹਾਏ ਮੈਂ ਮਰ ਗਿਆ ਹਾਂ। ਸੁਨ ਮਰਦਾਨੇ ਗਿਰਾ ਬਖਾਨੀ। ਸਤਿਗੁਰ ਜੀ ਤੋਂ ਸੁਣ ਕੇ ਭਾਈ ਮਰਦਾਨੇ ਨੇ ਬਚਨ ਕਿਹਾ, ਸਭ ਸ਼ੁਭ ਯੋਗ ਆਪ ਗੁਣ ਖਾਨੀ। ਗੁਰੂ ਮਹਾਰਾਜ ਗੁਣਾਂ ਦੀ ਖਾਨ ਸੱਚੇ ਪਾਤਸ਼ਾਹ ਜੀ ਆਪ ਜੀ ਤੇ ਸਭ ਸ਼ੁਭ ਗੁਣਾਂ ਦੇ ਯੋਗ ਹੋ। ਮਮ ਪਰ ਕਿਰਪਾ ਹੋਏ ਤੁਮ ਜਬ ਹੀ। ਜਦੋਂ ਮੇਰੇ ਉੱਪਰ ਆਪ ਜੀ ਦੀ ਕਿਰਪਾ ਹੋਏਗੀ, ਨਿਜ ਸਰੂਪ ਲਖ ਸਕਹੁ ਤਬ ਹੀ। ਤਦੋਂ ਹੀ ਮਹਾਰਾਜ ਮੈਂ ਆਪਣਾ ਸਵੈ ਸਰੂਪ ਆਤਮ ਸਰੂਪ ਨੂੰ ਜਾਣ ਸਕਾਂਗਾ। ਇਸ ਵਿਦ ਕਰਤ ਪਰਸ ਪਰ ਜਹਵਾ। ਜਿੱਥੇ ਇਸ ਤਰ੍ਹਾਂ ਸਤਿਗੁਰ ਜੀ ਆਪੋ ਵਿੱਚ ਹੀ ਭਾਈ ਮਰਦਾਨੇ ਦੇ ਸਮੇਤ ਵਿਚਾਰਾਂ ਕਰਦੇ ਪਏ ਸੀ। ਦੋਏ ਦੈਂਤ ਆਏ ਚਲ ਤਹਵਾ। ਇਹਨਾਂ ਨੂੰ ਉੱਥੇ ਜਿਹੜੇ ਦੋ ਦੈਂਤ ਬੜੇ ਤਕੜੇ ਚੱਲ ਕੇ ਆ ਗਏ। ਠਾਂਡੇ ਹੋਇਆ ਬੂਝਤ ਪੇ ਆਸੇ। ਖੜੇ ਹੋ ਗਏ ਤੇ ਇਸ ਤਰ੍ਹਾਂ ਪੁੱਛਣ ਲੱਗੇ, ਕਹਿਤੇ ਆਏ ਕਿਉਂ ਤੁਮ ਬੈਸੇ। ਕਿ ਕਿੱਥੋਂ ਤੁਸੀਂ ਆਏ ਹੋਏ ਤੇ ਕਿਉਂ ਤੁਸੀਂ ਇੱਥੇ ਬੈਠੇ ਹੋਏ ਹੋ। ਸ੍ਰੀ ਗੁਰ ਕਹਾ ਦੂਤ ਹਮ ਰਾਮ। ਗੁਰੂ ਸਾਹਿਬ ਜੀ ਕਹਿਣ ਲੱਗੇ ਵੀ ਦੂਤੋ ਅਸੀਂ ਰਾਮ ਹਾਂ। ਕਈ ਦਾ ਅਰਥ ਕਰਦੇ ਵੀ ਅਸੀਂ ਰਾਮ ਦੇ ਦੂਤ ਹਾਂ, ਉਹ ਅਰਥ ਨਹੀਂ ਇਹਦਾ ਹੈਗਾ ਹੈ। ਮਹਾਰਾਜ ਜੀ ਕਹਿੰਦੇ ਵੀ ਦੂਤੋ ਅਸੀਂ ਰਾਮ ਹਾਂ। ਮਿਲਨ ਵਿਭੀਖਣ ਕੋ ਹੈ ਕੰਮ। ਜੋ ਤੁਹਾਡਾ ਰਾਜਾ ਵਿਭੀਖਣ ਹੈ, ਉਹਨੂੰ ਮਿਲਣ ਦਾ ਸਾਡਾ ਕੰਮ ਹੈ, ਉਹੀ ਉਹ ਮਤਲਬ ਹੈ ਸਾਡਾ। ਵਹਿਰ ਨਿਕਸ ਹੈ ਆਵਹਿ ਪਾਸ। ਵਹਿਰ ਨਿਕਸ ਕੈ ਆਵਹਿ ਪਾਸੋ। ਜਦੋਂ ਤੁਹਾਡਾ ਰਾਜਾ ਵਿਭੀਖਣ ਬਾਹਰ ਨਿਕਲ ਕੇ ਮਹਿਲਾਂ ਵਿੱਚੋਂ ਸਾਡੇ ਪਾਸ ਆਵੇਗਾ, ਮਿਲ ਹੈ ਤਬ ਨਹ ਜਾਏ ਅਵਾਸੋ। ਤਦੋਂ ਹੀ ਤੁਹਾਡੇ ਰਾਜੇ ਵਿਭੀਖਣ ਨੂੰ ਅਸੀਂ ਮਿਲਾਂਗੇ, ਉਹਦੇ ਘਰ ਨਹੀਂ ਜਾਵਾਂਗੇ ਮਹਿਲਾਂ ਵਿੱਚ। ਦੋਹਰਾ ਅਸਰ ਸੁਨਤ ਗਮਨੇ ਨਗਰ। ਉਹ ਜਿਹੜੇ ਦੈਂਤ ਸਤਿਗੁਰ ਜੀ ਤੋਂ ਸੁਣਦਿਆਂ ਹੀ ਵਿਭੀਖਣ ਦੀ ਨਗਰੀ ਵਿੱਚ ਚਲੇ ਗਏ। ਨਿਜ ਪਤ ਕੋ ਸੁਧ ਦੀਨਾ। ਆਪਣੇ ਮਾਲਕ ਵਿਭੀਖਣ ਰਾਜੇ ਨੂੰ ਸਾਰੀ ਖਬਰ ਦਿੱਤੀ। ਨੀਕੇ ਉਪਬਨ ਕੇ ਵਿਖਾ। ਇਹ ਰਾਜਾ ਵਿਭੀਖਣ ਜੀ ਆਪਣੇ ਜਿਹੜੇ ਚੰਗੇ ਬਾਗ ਦੇ ਵਿੱਚ ਬੈਠੇ ਮਾਨੁਖ ਤੀਨਾ। ਬੜੇ ਸੋਹਣੇ ਸਰੂਪ ਵਾਲੇ ਤਿੰਨ ਮਨੁੱਖ ਬੈਠੇ ਹੋਏ ਐ। ਚੌਪਈ
ਹਮ ਹੈ ਰਾਮ ਦੂਤ ਇਉ ਕਹੀ। ਉਹ ਕਹਿੰਦੇ ਹੈ ਵੀ ਅਸੀਂ ਜਿਹੜੇ ਹੈ, ਅਸੀਂ ਪੁੱਛਿਆ ਵੀ ਤੁਸੀਂ ਕੌਣ ਹੋ, ਤਾਂ ਉਹ ਕਹਿੰਦੇ ਅਸੀਂ ਜੀ ਇਹ ਦੂਤੋ ਰਾਮ ਹਾਂ। ਸੰਗ ਆਪ ਕੇ ਮਿਲਣਾ ਚਾਹੀ। ਰਾਜਾ ਜੀ ਭੀਖਣ ਜੀ ਆਪ ਜੀ ਦੇ ਨਾਲ ਮਿਲਣਾ ਚਾਹੁੰਦੇ ਮਨੁੱਖ ਤਿੰਨ। ਉਠਿਓ ਭੀਖਨ ਕਰ ਪਗ ਨੰਗੇ। ਉਹ ਕਹਿੰਦੇ ਆ ਵੀ ਅਸੀਂ ਰਾਮ ਹਾਂ। ਜਦੋਂ ਇੰਨੀ ਗੱਲ ਕਹੀ ਹੈ, ਭੀਖਣ ਬੜਾ ਭਗਤ ਸੀ, ਵੱਡਾ ਗੁਰਮੁਖ ਸੀ, ਜਿਸ ਕਰਕੇ ਆਪਣੇ ਜਿਹੜੇ ਚਰਨ ਉਸੇ ਵੇਲੇ ਨੰਗੇ ਕਰਕੇ ਉੱਠਿਆ ਹੈ। ਰਾਖਸ ਚੱਲੇ ਬਹੁਤ ਤਿਹ ਸੰਗੇ। ਜਿਸ ਭੀਖਣ ਭਗਤ ਦੇ ਨਾਲ ਬਹੁਤ ਜਿਹੜੇ ਰਾਖਸ ਚੱਲੇ ਐ। ਬੜ ਆਕਾਰ ਗਿਰ ਬਾਪ ਹੈ ਜੈਸੇ। ਜਿਨ੍ਹਾਂ ਦੇ ਸਰੀਰ ਵੱਡੇ ਆਕਾਰਾਂ ਵਾਲੇ ਪਹਾੜ ਵਰਗੇ, ਐਸੇ ਸਰੀਰ ਵੱਡ ਆਕਾਰ ਗਿਨ। ਉਹਨਾਂ ਦੇ ਸਰੀਰਾਂ ਦੇ ਆਕਾਰ ਬੜੇ ਵੱਡੇ ਹੈ, ਜਿਸ ਤਰ੍ਹਾਂ ਪਹਾੜ ਹੁੰਦੇ ਵੱਡੇ ਆਕਾਰ ਦੇ। ਨਾਸਾਂ ਕਰਨਾ ਕੰਦਰਾ ਤੈਸੇ। ਪਹਾੜ ਦੇ ਵਿੱਚ ਜਿਵੇਂ ਗੁਫਾ ਹੁੰਦੀਆਂ ਹੈ, ਉਸੇ ਤਰ੍ਹਾਂ ਨੱਕ ਤੇ ਕੰਨ ਦੇ ਸੁਰਾਖ ਹਨ। ਦੋਨੋਂ ਰਾਖਸ ਅਗਰਜ ਕਰਕੇ। ਦੋ ਕੁ ਜਿਹੜੇ ਚੰਗੇ ਤਗੜੇ ਰਾਖਸ ਅੱਗੇ ਕਰਕੇ ਭੀਖਣ ਰਾਜਾ ਆਇਓ ਨਿਕਟ ਭਾਉ ਉਰ ਧਰ ਕਾ। ਬਹੁਤ ਹੀ ਪ੍ਰੇਮ ਹਿਰਦੇ ਵਿੱਚ ਧਾਰ ਕੇ ਸਤਿਗੁਰੂ ਜੀ ਦੇ ਕੋਲ ਆਇਆ ਹੈ। ਧਰੀ ਉਪਾਇਨ ਆਗਾ ਨੀਕੀ। ਸਤਿਗੁਰੂ ਜੀ ਦੇ ਅੱਗੇ ਸੋਹਣੀ ਜਿਹੜੀ ਭੇਟਾ ਬਣਾ ਸਵਾਰ ਕੇ ਰੱਖੀ ਹੈ। ਬੰਧਨ ਕੀ ਸਰਦਾ ਧਰ ਜੀ ਕੀ। ਆਏ ਜੀ ਦੀ ਬਹੁਤ ਹੀ ਸ਼ਰਧਾ ਧਾਰ ਕੇ ਸਤਿਗੁਰੂ ਜੀ ਨੂੰ ਵੰਦਨਾ ਕੀਤੀ, ਨਮਸਕਾਰ ਕੀਤੀ ਹੈ। ਰਾਮ ਨਾਮ ਕਹਿ ਬੈਠ ਸਮੀਪਾ। ਰਾਮ ਰਾਮ ਨਾਮ ਕਹਿ ਕੇ ਸਤਿਗੁਰੂ ਜੀ ਦੇ ਕੋਲ ਬੈਠ ਗਿਆ ਭੀਖਣ, ਕਿਉਂਕਿ ਰਾਮ ਜੀ ਦਾ ਉਪਾਸਕ ਸੀ। ਕੁਸ਼ਲ ਬੂਝ ਬੇਦੀ ਕੁਲ ਦੀਪਾ। ਬੇਦੀਆਂ ਦੇ ਕੁਲ ਦੇ ਪ੍ਰਕਾਸ਼ ਰੂਪ ਸਤਿਗੁਰੂ ਜੀ ਨੇ ਐਵੇਂ ਸੁੱਖ ਸਾਂਦ ਪੁੱਛ ਲਈ ਭੀਖਣ ਨੂੰ। ਬੋਲੇ ਬਹਲ ਸੁਨਹਾ ਲੰਕੇਸਾ। ਫਿਰ ਬੋਲੇ ਹੈ ਵੀ ਹੇ ਲੰਕੇਸ਼, ਆਓ ਲੰਕਾ ਦੇ ਰਾਜੇ ਭੀਖਣ ਸਾਡਾ ਵਚਨ ਸੁਣੋ। ਆਇਓ ਬਿਰਹਿ ਚਿਰਕਾਲ ਰਘੁਵੇਸਾ। ਬਹੁਤ ਸਮਾਂ ਹੀ ਰਾਮਚੰਦਰ ਜੀ ਦਾ ਤੁਹਾਡਾ ਵਿਛੋੜਾ ਹੋਇਆ ਹੈ। ਮੇਲ ਫੇਰ ਕੀਨੋ ਕੈ ਨਾਹੀ। ਤੁਸਾਂ ਨੇ ਜਦੋਂ ਦਾ ਵਿਛੋੜਾ ਹੋਇਆ ਬਾਅਦ ਵਿੱਚ ਰਾਮਚੰਦਰ ਜੀ ਨਾਲ ਮੇਲ ਕੀਤਾ ਕਿ ਅਥਵਾ ਨਹੀਂ ਕੀਤਾ ਹੈ। ਮਹਾ ਭਗਤ ਤੂੰ ਦੈਂਤਨ ਮਾਹੀ। ਕਿਉਂਕਿ ਤੂੰ ਰਾਮਚੰਦਰ ਜੀ ਦਾ ਦੈਂਤਾਂ ਵਿੱਚੋਂ ਬੜਾ ਤਕੜਾ ਭਗਤ ਹੈ। ਪ੍ਰਹਿਲਾਦ ਭਗਤ ਵਿਸ਼ਨੂੰ ਜੀ ਦੀ ਜਿਵੇਂ ਭਗਤ ਸੀ ਦੈਂਤਾਂ ਵਿੱਚੋਂ। ਲਖੇ ਭੀਖਨ ਸੰਤ ਸੋ ਪੂਰੇ। ਇਹ ਬਚਨ ਸੁਣ ਕੇ ਮਿੱਠੇ ਪਿਆਰੇ, ਕਿਉਂਕਿ ਮਿੱਠ ਬੋਲੜਾ ਜੀ ਮਿੱਠ ਬੋਲਣਾ ਹਰ ਸੱਜਣ ਸੁਆਮੀ ਮੋਰਾ। ਗੁਰੂ ਸਾਹਿਬ ਜੀ ਦੇ ਬਚਨ ਸੁਣ ਕੇ ਕਪਾਟ ਖੁੱਲ੍ਹ ਜਾਂਦੇ ਸੀ, ਉੱਥੇ ਹੀ ਭਰਮ ਟੁੱਟ ਜਾਂਦੇ ਸੀ। ਭੀਖਣ ਇਹ ਦੈਂਤਾਂ ਦੇ ਰਾਜੇ ਨੇ ਜਦੋਂ ਬਚਨ ਸਤਿਗੁਰੂ ਜੀ ਦੇ ਸੁਣੇ, ਜਾਣਿਆ ਵੀ ਇਹ ਤੇ ਮਨਾ ਪੂਰੇ ਸੰਪੂਰਨ ਸੰਤ ਹਨ। ਹੱਥ ਬੰਦ ਬੋਲਿਓ ਬਜਰੂਰੇ। ਆਪਣੇ ਦੋਵੇਂ ਹੱਥ ਜੋੜ ਕੇ ਸੋਹਣੇ ਬਚਨ ਬੋਲਿਆ। ਸੁਨਹਾ ਸੰਤ ਜਬ ਕਾ ਮੈਂ ਬਿਸ਼ਰਾ। ਕਿਆ ਹੈ ਸੰਤ ਗੁਰੂ ਨਾਨਕ ਸਾਹਿਬ ਜੀ ਮੇਰਾ ਬਚਨ ਸੁਣੋ, ਜਦੋਂ ਦਾ ਹੀ ਮੈਂ ਰਾਮ ਜੀ ਤੋਂ ਵਿਛੜਿਆ ਹਾਂ। ਤਬ ਕਾ ਰਾਮ ਨਾਮ ਔਰ ਧਰਾ। ਤਦੋਂ ਦਾ ਹੀ ਮੈਂ ਰਾਮ ਜੀ ਦਾ ਜਿਹੜਾ ਨਾਮ ਨਾ ਆਪਣੇ ਹਿਰਦੇ ਵਿੱਚ ਧਾਰਿਆ ਹੋਇਆ ਹੈ। ਨਹਿ ਬਿਸ਼ਰਿਓ ਮੈਂ ਜਾਣਹੁ ਤਿਨ ਕੋ। ਇਸ ਕਰਕੇ ਮੈਂ ਤਿਨ ਕੋ ਕਹੀਏ ਰਾਮਚੰਦਰ ਜੀ ਨੂੰ ਕਦੇ ਵੀ ਵਿਛੜਿਆ ਨਹੀਂ ਜਾਣਦਾ ਸਮਝਦਾ ਹਾਂ। ਚੇਤ ਮਹਿ ਨਾਮ ਬਸਤ ਨਿਤ ਜਿਨ ਕੋ। ਜਿਨ੍ਹਾਂ ਦੇ ਮਹਾਰਾਜ ਜੀ ਹਮੇਸ਼ਾ ਹੀ ਚਿੱਤ ਵਿੱਚ ਨਾਮ ਵਸਦਾ, ਉਹ ਕਦੀ ਵਿਛੜਦੇ ਨਹੀਂ ਹੈ। ਜਿਹੜੇ ਅੰਦਰ ਆਤਮੇ ਮਿਲੇ ਹੋਏ ਆ ਪਰਮਾਤਮਾ ਨਾਲ, ਜਿਵੇਂ ਗੁਰੂ ਸਾਹਿਬ ਜੀ ਦੇ ਬਚਨ ਆਉਂਦੇ ਹੈ, ਮਿਲਿਆ ਮਿਲਿਆ ਨਾ ਮਿਲੈ, ਮਿਲੈ ਮਿਲਿਆ ਜੇ ਹੋਏ, ਅੰਤਰ ਆਤਮੈ ਜੋ ਮਿਲੈ, ਮਿਲਿਆ ਕਹੀਐ ਸੋਏ। ਕਹਿੰਦੇ ਵੀ ਗੁਰੂ ਸਾਹਿਬ ਮਿਲਿਆ ਨਾ ਮਿਲੈ, ਜਿਹੜਾ ਕਹੀਏ ਨਾ ਮੂੰਹ ਮੈਂ ਤੇ ਮਿਲਿਆ ਹੋਇਆ ਹਾਂ, ਮੈਂ ਤੇ ਜੁੜਿਆ ਹੋਇਆ। ਮਹਾਰਾਜ ਕਹਿੰਦੇ ਮਿਲਿਆ ਨਾ ਮਿਲੇ। ਮਿਲਿਆ ਕਦੀ ਮਿਲਿਆ ਨਹੀਂ ਜਾਂਦਾ ਹੈ। ਮਿਲਿਆ ਜੇ ਹੋਏ, ਮਿਲੇ ਤਾਂ ਜੇ ਮਿਲਿਆ ਹੋਏ ਤਾਂ ਅੰਤਰ ਆਤਮੈ ਜੋ ਮਿਲੇ।
ਜਿਹੜਾ ਅੰਦਰ ਆਤਮਾ ਤੋਂ ਮਿਲਦਾ ਪਰਮਾਤਮਾ ਨਾ ਪਰਮੇਸ਼ਰ ਨਾ ਅੰਦਰੋਂ ਹਿਰਦੇ ਤੋਂ ਦਿਲੋਂ ਮਿਲਿਆ ਕਹੀਏ ਸੋਏ। ਗੁਰੂ ਸਾਹਿਬ ਜੀ ਕਹਿੰਦੇ ਉਹਨੂੰ ਮਿਲਿਆ ਕਿਹਾ ਜਾਂਦਾ ਹੈ। ਮੂੰਹ ਨਾਲ ਕੁਝ ਨਹੀਂ ਹੁੰਦਾ, ਗੱਲੀ ਹੂੰ ਸੁਹਾਗਣ, ਹਰ ਜਸ ਸੁਨੇ ਨਾ ਹਰ ਗੁਣ ਗਾਵੈ, ਬਾਤ ਨਹੀਂ ਅਸਮਾਨ ਗਿਰਾਵ ਹੈ। ਇੱਕ ਫਿਰਹਿ ਕਰਿਆ ਗੱਲਾਂ, ਗੱਲੀ ਕਿਨੇ ਨਾ ਪਾਇਆ, ਗੱਲੀ ਜੋਗ ਨਾ ਹੋਈ। ਗੁਰੂ ਅਮਰਦਾਸ ਜੀ ਕਹਿੰਦੇ ਇੱਕ ਫਿਰਹਿ ਕਰਿਆ ਗੱਲਾਂ, ਗੱਲੀ ਕਿਨੇ ਨਾ ਪਾਇਆ। ਇੱਕ ਤੁਰੇ ਫਿਰਦੇ ਮਾਰੇ ਕਹਿੰਦੇ ਗੱਲਾਂ ਵਾਲੇ, ਗੱਲਾਂ ਨਾਲ ਹੀ ਐਵੇਂ ਅਸਮਾਨ ਨੂੰ ਐਵੇਂ ਥੰਮਿਆ ਹੋਇਆ ਹੈ, ਅਤੇ ਗੱਲੀ ਤੇ ਕਿਸੇ ਨੇ ਪਰਮਾਤਮਾ ਨੂੰ ਨਹੀਂ ਪਾਇਆ। ਗੱਲਾਂ ਨਾਲ ਸੁਹਾਗਣ ਨਹੀਂ ਹੋਇਆ ਜਾਂਦਾ, ਕੀਤਿਆਂ ਸੁਹਾਗਣ ਹੋਇਆ ਜਾਂਦਾ ਹੈ। ਇਹ ਵਿਭੀਖਣ ਜੀ ਹੁਣ ਹਿਰਦੇ ਵਿੱਚ ਨਾਮ ਧਾਰਿਆ ਹੋਇਆ ਰਾਮਚੰਦਰ ਜੀ ਦਾ ਭਗਤ ਸੀ, ਜਿਸ ਕਰਕੇ ਕਹਿੰਦਾ ਹੈ ਕਿ ਮਹਾਰਾਜ ਜੀ ਚਿੱਤ ਮਹਿ ਨਾਮ ਬਸਤ ਨਿਤ ਜਿਨ ਕੋ, ਜਿਨ੍ਹਾਂ ਦੇ ਚਿੱਤ ਵਿੱਚ ਹਮੇਸ਼ਾ ਹੀ ਪਰਮਾਤਮਾ ਦਾ ਆਪਣੇ ਗੁਰੂ ਪੀਰ ਦਾ ਨਾਮ ਵਸਦਾ, ਉਹ ਕਦੀ ਵਿਛੜਦੇ ਨਹੀਂ ਹੁੰਦੇ। ਹਿਰਦਾ ਧਰ ਕੈ ਧਿਆਨ ਮਕੰਦਾ, ਮੈਂ ਤੇ ਮੁਕਤੀ ਦਾਤੇ ਰਾਮਚੰਦਰ ਜੀ ਦਾ ਹਿਰਦੇ ਵਿੱਚ ਹਮੇਸ਼ਾ ਹੀ ਧਿਆਨ ਧਰ ਕੇ, ਨਿਤਾ ਪ੍ਰਤੀ ਹਾਂ ਮਗਨ ਆਨੰਦਾ, ਨਿਤਾ ਪ੍ਰਤੀ ਭਾਵ ਸਵਾਸ ਸਵਾਸ ਲਮਹਾ ਲਮਹਾ ਉਹਨਾਂ ਦੇ ਆਨੰਦ ਵਿੱਚ ਮਗਨ ਮਸਤ ਰਹਿੰਦਾ ਹਾਂ ਜੀ। ਦੋਹਰਾ ਮੇਲ ਸਰੀਰਨ ਕੋ ਬਨਿਓ, ਇਹ ਜਿਹੜਾ ਸਤਿਗੁਰ ਜੀ ਮੇਲ ਜੋਲੇ ਤੇ ਸਰੀਰਾਂ ਦਾ ਬਣਿਆ ਹੋਇਆ ਵੀ ਮਿਲ ਜਾਣਾ, ਵਿਸ਼ਰਨ ਹੈ ਇਨ ਅੰਤ, ਫਿਰ ਇਹਨਾਂ ਸਰੀਰਾਂ ਦਾ ਅੰਤ ਨੂੰ ਵਿਛੜਨਾ ਵੀ ਹੈ, ਇਹ ਸਰੀਰ ਦਾ ਵੀ ਅੰਤ ਹੋਣਾ ਹੀ ਹੈ। ਸੰਜੋਗ ਵਿਜੋਗ ਦੋਏ ਕਾਰ ਚਲਾ ਹੈ, ਪਰਮਾਤਮਾ ਨੇ ਦੋ ਕੰਮ ਚਲਾਏ ਹੋਏ, ਸੰਜੋਗ ਤੇ ਵਿਜੋਗ। ਵੀ ਸੰਜੋਗ ਸਰੀਰ ਹੀ ਜੱਫੀ ਪਾ ਕੇ ਮਿਲਦੇ ਹੈ, ਅਤੇ ਜਦੋਂ ਜੱਫੀ ਛੁੱਟ ਜਾਂਦੀ ਅਤੇ ਇਹ ਸਰੀਰ ਵਿਛੜ ਜਾਂਦੇ ਹੈ। ਇਹ ਮਹਾਰਾਜ ਜੀ ਵਿਛੜਨਾ ਅਤੇ ਜਿਹੜਾ ਸੰਜੋਗ ਕਰਨਾ ਮਿਲਣਾ ਅਤੇ ਸਰੀਰ ਦਾ ਕੰਮ ਹੈ, ਅਤੇ ਇਹ ਸਰੀਰ ਦਾ ਅੰਤ ਵੀ ਹੁੰਦਾ ਅਤੇ ਅੰਤ ਨੂੰ ਵਿਛੜਨਾ ਵੀ ਹੁੰਦਾ ਜਦੋਂ ਮਨੁੱਖ ਮਰ ਜਾਂਦਾ ਹੈ। ਮਿਲੇ ਨਾ ਬਿਛੜਹਿ ਸੇ ਸਦਾ, ਗੁਰੂ ਸਾਹਿਬ ਜੀ ਜਿਹੜੇ ਮਿਲੇ ਹੋਏ ਉਹ ਤੇ ਕਦੇ ਵੀ ਨਹੀਂ ਵਿਛੜਦੇ। ਜਿਨ ਔਰ ਨਾਮ ਸੋ ਮੰਤ, ਜਿਨ੍ਹਾਂ ਦੇ ਹਿਰਦੇ ਵਿੱਚ ਸ੍ਰੇਸ਼ਟ ਵਾਹਿਗੁਰੂ ਦੇ ਨਾਮ ਦਾ ਮੰਤਰ ਹੈ, ਜਿਨ੍ਹਾਂ ਦੇ ਅੰਦਰ ਗੁਰੂ ਦਾ ਮੰਤਰ ਵਸਿਆ ਹੋਇਆ ਸ੍ਰੇਸ਼ਟ ਨਾਮ। ਚੌਪਈ ਜਬ ਸ੍ਰੀ ਰਾਮ ਲੰਕ ਚੜ੍ਹ ਆਇਓ, ਜਦੋਂ ਸ਼੍ਰੀ ਰਾਮਚੰਦਰ ਜੀ ਲੰਕਾ ਵਿੱਚ ਚੜ੍ਹ ਕੇ ਆਏ ਸਨ ਗੁਰੂ ਸਾਹਿਬ ਜੀ, 10 ਮਿਰ ਕੋ ਮੈਂ ਤਬ ਸਮਝਾਇਓ, 10 ਸਿਰ 10 ਸਿਰ ਕੋ ਮੈਂ ਤਬ ਸਮਝਾਇਓ, 10 ਸਿਰਾਂ ਵਾਲੇ ਭਾਵ ਰਾਵਣ ਮੈਂ ਆਪਣੇ ਭਰਾ ਨੂੰ ਉਸ ਵੇਲੇ ਸਮਝਾਇਆ ਸੀ। ਸੀਤਾ ਦੇ ਮਿਲਹੁ ਰਘੁਨਾਥੰ, ਹੇ ਮੇਰੇ ਭਰਾ ਰਾਵਣ, ਰਾਮਚੰਦਰ ਜੀ ਨੂੰ ਸੀਤਾ ਮਾਤਾ ਦੇ ਕੇ ਤੇ ਤੂੰ ਉਹਨਾਂ ਨਾਲ ਮਿਲ ਜਾ, ਸਮਝੌਤਾ ਕਰ ਲਾ, ਰਾਜ ਕਰੋ ਬੈਠੇ ਸੁਖ ਸਾਥੰ, ਤੇ ਸੁੱਖ ਦੇ ਨਾਲ ਬੈਠੇ ਹੋਏ ਇੱਥੇ ਲੰਕਾ ਵਿੱਚ ਆਪਣਾ ਰਾਜ ਭਾਗ ਕਰੋ। ਤੁਸੀਂ ਇਹ ਗੱਲ ਵਿੱਚੋਂ ਕੀ ਲੈਣਾ ਹੈ? ਕਰਿਓ ਕ੍ਰੋਧ ਤਿਨ ਲਾਤ ਪ੍ਰਹਾਰੀ, ਗੁਰੂ ਨਾਨਕ ਸਾਹਿਬ ਜੀ ਉਸ ਵੇਲੇ ਮੇਰੇ ਭਰਾ ਜੋ ਰਾਵਣ ਸੀ ਉਹਨੇ ਬੜਾ ਕ੍ਰੋਧ ਕੀਤਾ, ਕਹਿੰਦਾ ਉਹ ਨਮਕ ਹਰਾਮੀਆਂ ਰਹਿਣਾ ਮੇਰੇ ਕੋਲ, ਗੱਲ ਵੈਰੀ ਦੀ ਕਰਦਾ, ਨਿਕਲ ਜਾ ਮੇਰੇ ਘਰੋਂ, ਮੇਰੇ ਮਹਿਲਾਂ 'ਚੋਂ। ਉਸ ਵੇਲੇ ਉਸ ਮੇਰੇ ਭਰਾ ਨੇ ਕ੍ਰੋਧ ਕੀਤਾ, ਮੈਨੂੰ ਲੱਤ ਕੱਢ ਕੇ ਮਾਰੀ ਸਭਾ ਵਿੱਚ, ਕੀਨਾ ਨਾਦਰ ਸਭਾ ਮਝਾਰੀ, ਸਾਰੀ ਸਭਾ ਵਿੱਚ ਹੀ ਮੇਰਾ ਬੜਾ ਅਨਾਦਰ ਕੀਤਾ, ਮੈਨੂੰ ਬੇਇੱਜ਼ਤ ਕੀਤਾ। ਲਾਤ ਪ੍ਰਹਾਰ ਕਸ਼ਟ ਸਹਿ ਤਬਹੀ, ਉਸ ਵੇਲੇ ਗੁਰੂ ਨਾਨਕ ਸਾਹਿਬ ਜੀ ਮੈਂ ਆਪਣੇ ਭਰਾ ਦੀ ਲੱਤ ਖਾ ਕੇ, ਲੱਤ ਮਰਵਾ ਕੇ, ਭਾਰੀ ਦੁੱਖ ਸਹਾਰ ਕੇ, ਦਹ ਦਿਸ਼ ਦੀਨ ਭਇਓ ਮੈਂ ਤਬਹੀ, 10 ਦਿਸ਼ਾਵਾਂ ਵਾਲੀ ਮੈਂ ਬੜਾ ਦੀਨ ਹੋਇਆ। ਉਸ ਵੇਲੇ ਮੈਂ ਵੇਖਦਾ ਸੀ ਮੇਰਾ ਆਸਰਾ ਨਹੀਂ ਕੋਈ ਰਹਿ ਗਿਆ। ਰਾਮਚੰਦ ਕੀ ਤਕੀ ਸਰਨਾ, ਫਿਰ ਮੈਂ ਖੀਰੀ ਮਹਾਰਾਜ ਜੀ ਜੋ ਰਾਮਚੰਦਰ ਭਗਵਾਨ ਜੀ ਉਹਨਾਂ ਦੀ ਮੈਂ ਸ਼ਰਨ ਤੱਕੀ, ਤਿਹ ਛਿਨ ਭਇਓ ਹਿਰਦੈ ਅਸਫੁਰਨਾ, ਜਦੋਂ ਮੈਂ ਉਹਨਾਂ ਦੀ ਸ਼ਰਨ ਤੱਕੀ ਉਸ ਸਮੇਂ ਮੇਰੇ ਮਨ ਵਿੱਚ ਐਸਾ ਫੁਰਨਾ ਖਿਆਲ ਹੋਇਆ, ਗੜ ਲੰਕਾ ਕੋ ਮਾਰਹਿ ਜਬਹਿ, ਜਦੋਂ ਹੀ ਰਾਮਚੰਦਰ ਜੀ ਲੰਕਾ
ਲੰਕਾ ਦੇ ਕਿਲੇ ਨੂੰ ਮਾਰ ਲੈਣਗੇ, ਫਤਿਹ ਕਰ ਲੈਣਗੇ ਤੇ ਮੇਰੇ ਭਰਾ ਨੂੰ ਮਾਰ ਦੇਣਗੇ। ਵਿਜੈ ਹੋਏ ਰਘੁਪਤ ਕੀ ਤਬ ਹੀ। ਤਦੋਂ ਹੀ ਰਾਮਚੰਦਰ ਜੀ ਰਾਘਵਾਂ ਦੇ ਕੁਲ ਦੇ ਜੋ ਮਾਲਕ ਹੈ ਸ਼੍ਰੀ ਰਾਮਚੰਦਰ ਜੀ, ਉਹਨਾਂ ਦੀ ਵਿਜੇ ਫਤਿਹ ਹੋ ਜਾਏਗੀ। ਮੁਝੈ ਰਾਜ ਦੇ ਲੰਕ ਸਮੇਤਾ। ਤੇ ਮੈਨੂੰ ਭਵਿੱਖਾਂ ਨੂੰ ਰਾਮਚੰਦਰ ਜੀ ਲੰਕਾ ਦੇ ਸਮੇਤ ਰਾਜ ਦੇ ਦੇਣ। ਇਉਂ ਵਿਚਾਰ ਕਰ ਚੱਲਿਓ ਨਿਕੇਤਾ। ਇਉਂ ਸਤਿਗੁਰ ਜੀ ਮੈਂ ਹਿਰਦੇ ਵਿੱਚ ਵਿਚਾਰ ਕਰਕੇ ਤੇ ਆਪਣੇ ਘਰ ਨੂੰ ਚਲਿਆ ਗਿਆ। ਗਮਨਿਓ ਸਨਮੁਖ ਹੋਏ ਅਨਾਥਾ। ਅਨਾਥ ਹੋ ਕੇ, ਯਤੀਮ ਨਿਮਾਣਾ ਹੋ ਕੇ ਤੇ ਰਾਮਚੰਦਰ ਜੀ ਦੇ ਸਨਮੁਖ ਚਲਿਆ ਗਿਆ। ਇਉਂ ਦਰਸ ਦੇਖਿਓ ਰਘੁਨਾਥਾ। ਕਿੱਥੇ ਲਿਖਿਆ ਹੈ? ਜਾਏ ਦਰਸ ਦੇਖਿਓ ਰਘੁਨਾਥਾ। ਰਾਘਵਾਂ ਦੇ ਕੁਲ ਦੇ ਜੋ ਮਾਲਕ ਰਾਮਚੰਦਰ ਜੀ ਨੂੰ ਦੇਖਿਆ ਤੇ ਜਾ ਕੇ ਦਰਸ਼ਨ ਕੀਤਾ। ਰਾਜ ਚਾਹੇ ਤਿਹ ਛਿਨ ਮਿਟ ਗਈ। ਗੁਰੂ ਸਾਹਿਬ ਜੀ ਜਦੋਂ ਹੀ ਦਰਸ਼ਨ ਕੀਤਾ ਹੈ, ਜਿਹੜੀ ਰਾਜ ਦੀ ਇੱਛਾ ਸੀ ਨਾ ਚਾਹਨਾ ਮੇਰੀ, ਤੇ ਉਸੇ ਸਮੇਂ ਮਿਟ ਗਈ। ਇਉਂ ਵਿਚਾਰ ਔਰ ਮੈਂ ਸ਼ੁਭ ਭਈ। ਇਉਂ ਜਿਹੜੀ ਵਿਚਾਰ ਮੇਰੇ ਦੇ ਵਿੱਚ ਬੜੀ ਚੰਗੀ ਹੋਈ। ਰਾਜ ਬੜੋ ਦੁਖ ਸਾਗਰ ਹੇਰਾ। ਕਿ ਭੀਖਣ ਤੂੰ ਰਾਜ ਮੰਗਦਾ ਹੈ, ਜਿਹੜਾ ਰਾਜ ਹੈ ਤੇ ਬੜਾ ਵੱਡਾ ਦੁੱਖ ਹੈ, ਦੁੱਖ ਦਾ ਸਮੁੰਦਰ ਦੇਖਿਆ ਜਾਂਦਾ ਹੈ। ਜਗਤ ਧੰਦ ਕੋ ਗਰਤ ਬਡੇਰਾ। ਸੰਸਾਰ ਦੇ ਜਿਹੜੇ ਧੰਦੇ ਕੰਮ ਹੈ, ਇਹਦੇ ਬੜਾ ਤਕੜਾ ਖੂਹ ਹੈ, ਅੰਨਾ ਜਿਹੜਾ ਡਿੱਗ ਪਿਆ ਉਹ ਨਹੀਂ ਨਿਕਲ ਸਕਦਾ। ਉਹੀ ਕਹਿੰਦਾ ਕੰਮ ਬਹੁਤ ਹੈ, ਕੰਮ ਬਹੁਤ ਹੈ, ਟਾਈਮ ਨਹੀਂ ਹੈ। ਅਵਲੋਕੇ ਹੋਇਆ ਕਰ ਨਿਹਕਾਮ। ਐਵੇਂ ਨਿਹਕਾਮ ਜਿਹੜਾ ਕਾਮਨਾ ਤੋਂ ਰਹਿਤ ਹੋ ਕੇ ਤੇ ਮੈਂ ਰਾਮਚੰਦਰ ਜੀ ਦੇਖੇ। ਬੰਦਨ ਕੀਨ ਚਰਨ ਸ੍ਰੀ ਰਾਮ। ਸ਼੍ਰੀ ਰਾਮਚੰਦਰ ਭਗਵਾਨ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ। ਕਰਨਾ ਨਿਧ ਸ੍ਰੀ ਅੰਤਰਯਾਮੀ। ਕਿਰਪਾ ਦੇ ਸਮੁੰਦਰ ਖਜ਼ਾਨੇ ਜੋ ਸੁਭਾਏਮਾਨ ਅੰਤਰਜਾਮੀ ਸੀ ਰਾਮਚੰਦਰ ਜੀ। ਪੂਰਬ ਫੁਰਨਾ ਲਖ ਕਰ ਸੁਆਮੀ। ਸੁਆਮੀ ਮਾਲਕ ਜੀ ਮੇਰਾ ਕਹਿੰਦੇ ਉਹ ਪਹਿਲਾ ਫੁਰਨਾ ਜਾਣ ਕਰਕੇ ਦੋਹਰਾ ਬੋਲੇ ਸ੍ਰੀ ਮੁਖ ਤੇ ਬਚਨਾ। ਸੁਭਾਏ ਮਾਨ ਮੁਖ ਤੋਂ ਸ਼੍ਰੀ ਰਾਮਚੰਦਰ ਜੀ ਬਚਨ ਬੋਲੇ। ਆਓ ਬੈਠ ਲੰਕੇਸ਼। ਇਹ ਭੀਖਣ ਆਓ ਲੰਕੇਸ਼, ਸਾਡੀ ਹਜ਼ੂਰੀ ਵਿੱਚ ਆ ਕੇ ਬੈਠ। ਬਿਨਾ ਕਰੀ ਕਰ ਬੰਦ ਮੈਂ ਦੋਵੇਂ ਹੱਥ ਜੋੜ ਕੇ ਉਸ ਵੇਲੇ ਬੇਨਤੀ ਕੀਤੀ। ਚਾਹੇ ਨਾਰਾਜ ਸੁਦੇਸ। ਹੇ ਰਾਮਚੰਦਰ ਭਗਵਾਨ ਜੀ, ਮੈਨੂੰ ਤੇ ਕਿਸੇ ਰਾਜ ਦੀ ਚਾਹਨਾ ਨਹੀਂ ਹੈ, ਕਿਸੇ ਦੇਸ਼ ਦੀ ਚਾਹਨਾ ਨਹੀਂ। ਮੈਂ ਨਹੀਂ ਚਾਹੁੰਦਾ ਰਾਜ ਭਾਗ। ਚੌਪਈ ਸੁਨ ਸ੍ਰੀ ਰਘੁਪਤ ਬਹਰ ਉਚਾਰਾ। ਸੁਣ ਕੇ ਸ਼੍ਰੀ ਰਾਮਚੰਦਰ ਜੀ ਨੇ ਮੈਨੂੰ ਬਚਨ ਕਿਹਾ ਫਿਰ। ਨਿਜ ਘਰ ਤੇ ਤੂੰ ਜਬੈ ਪਧਾਰਾ। ਹੇ ਭੀਖਣ ਸਾਡੇ ਭਗਤ, ਜਦੋਂ ਤੂੰ ਆਪਣੇ ਘਰ ਤੋਂ ਚੱਲਿਆ ਸੀ ਤਬੈ ਕਮਾਨਾ ਹਿਰਦੈ ਉਠਾਈ। ਤਬੈ ਕਾਮਨਾ ਹਿਰਦੈ ਉਠਾਈ। ਤਦੋਂ ਤੂੰ ਜਿਹੜੀ ਕਾਮਨਾ ਇੱਛਾ ਆਪਣੇ ਹਿਰਦੇ ਵਿੱਚ ਉਠਾਈ ਕੀਤੀ ਸੀ। ਲੰਕਾ ਦੇਹ ਰਾਮ ਮੁਝ ਤਾਈ। ਤੇ ਰਾਮਚੰਦਰ ਜੀ ਰਾਵਣ ਨੂੰ ਮਾਰ ਕੇ ਲੰਕਾ ਨੂੰ ਜਿੱਤ ਕਰਕੇ ਮੇਰੇ ਤਾਈਂ ਲੰਕਾ ਦਾ ਰਾਜ ਦੇ ਦੇਣ। ਬਿਰਦ ਹਮਾਰਾ ਜਾਨਹ ਐਸਾ। ਹੇ ਭੀਖਣ ਭਗਤ, ਤੂੰ ਸਾਡਾ ਐਸਾ ਬਿਰਦ ਧਰਮ ਨਿਜਮ ਪ੍ਰਣ ਜਾਣ ਲਾ। ਤੋ ਸੋ ਕਹਾ ਭੀਖਨ ਤੈਸਾ। ਜੈਸਾ ਸਾਡਾ ਧਰਮ ਹੈ ਤੂੰ ਜਾਲਾ, ਤੇ ਉਸੇ ਤਰ੍ਹਾਂ ਅਸੀਂ ਤੈਨੂੰ ਕਹਿੰਦੇ ਹਾਂ ਹੇ ਭੀਖਣ। ਧਾਰ ਕਾਮਨਾ ਜੋ ਜਗ ਆਸੀ। ਉਹ ਸੁਣ ਬਚਨ ਵੀ ਸਾਡਾ ਕੀ ਧਰਮ ਹੈ, ਜਿਹੜਾ ਜਗਿਆਸੂ ਇੱਛਾ ਵਾਲਾ ਕਾਮਨਾ ਧਾਰ ਕੇ ਆਉਂਦਾ ਸਾਡੇ ਪਾਸ। ਘਰ ਤਜ ਆਵਤ ਹੈ ਮੁਝ ਪਾਸੀ। ਸਾਡੇ ਪਾਸ ਆਉਂਦਾ ਆਪਣਾ ਘਰ-ਬਾਰ ਛੱਡ ਕੇ ਨਿਮਾਣਾ ਅਨਾਥ ਹੋ ਕੇ। ਕਰੋ ਕਾਮਨਾ ਪੂਰਬ ਪੂਰੀ। ਅਸੀਂ ਸਭ ਤੋਂ ਪਹਿਲਾਂ ਜਿਹੜੀ ਦੀ ਪਹਿਲੀ ਕੀਤੀ ਹੋਈ ਕਾਮਨਾ ਨਾ ਉਹ ਪੂਰੀ ਕਰਦੇ। ਜੋ ਇੱਛਾ ਲੈ ਕੇ ਤੁਰਿਆ ਸੀ, ਜਿਵੇਂ ਧਰੂ ਭਗਤ ਜੀ ਇੱਛਾ ਲੈ ਕੇ ਤੁਰੇ ਸਨ ਵੀ ਰਾਜ ਕਰਨਾ ਜਿੱਥੇ ਦਾਦੇ ਪੜਦਾਦੇ ਨਹੀਂ ਗਏ। ਤੇ ਜਦੋਂ ਵਿਸ਼ਨੂੰ ਭਗਵਾਨ ਜੀ ਸਾਹਮਣੇ ਆਏ ਹੈ, ਕਹਿੰਦੇ ਵੀ ਮੰਗ ਲਾ ਧਰੂ ਭਗਤ ਜੋ ਚਾਹੀਦਾ ਹੈ। ਕਹਿੰਦੇ ਮਹਾਰਾਜ ਕੋਈ ਇੱਛਾ ਹੀ ਨਹੀਂ ਰਹਿ ਗਈ, ਹੁਣ ਕੀ ਕਰਨਾ, ਕੁਝ ਚਾਹੀਦਾ ਹੀ ਨਹੀਂ। ਕਹਿੰਦੇ ਹੈ ਧਰੂ ਭਗਤ ਜੀ ਠੀਕ ਹੈ, ਤੁਹਾਡੀ ਹੁਣ ਇੱਛਾ ਜਿਹੜੀ ਨਿਵਰਤ ਹੋ ਗਈ ਹੈ, ਪਰ ਜਦੋਂ ਘਰੋਂ ਚੱਲੇ ਸੀ
ਨਿਕਲੇ ਸੀ ਜੰਗਲਾਂ ਨੂੰ, ਉਦੋਂ ਇੱਛਾ ਸੀ ਵੀ ਰਾਜ ਭਾਗ ਐਸਾ ਕਰਨਾ, ਐਸੀ ਅਟਲ ਪਦਵੀ ਪਾਉਣੀ ਅਵਚਲ ਰਾਜ, ਜਿੱਥੇ ਦਾਦੇ ਪੜਦਾਦੇ ਲੱਕੜ ਦਾਦੇ ਵੀ ਨਹੀਂ ਗਏ। ਹੁਣ ਤੁਸੀਂ ਰਾਜ ਕਰੋ ਸੰਸਾਰ ਦੇ ਉੱਪਰ ਵੀ 36,000 ਵਰਾਂ, ਅਖੀਰੀ ਜਿਹੜੀ ਅਟਲ ਪਦਵੀ ਪਾਓ। ਅਤੇ ਧਰੂ ਅਟਲ ਅਜੂਹੂ ਨਹਿ ਡਰਿਓ। ਭਗਤ ਧਰੂ ਜੀ ਅਟਲ ਹੋ ਗਏ, ਅੱਜ ਤੱਕ ਨਹੀਂ ਟਲੇ। ਭਗਤ ਨਾਮਦੇਵ ਜੀ ਕਹਿੰਦੇ ਇਹ ਗੱਲ। ਅਤੇ ਇਸੇ ਤਰ੍ਹਾਂ ਰਾਮਚੰਦਰ ਜੀ ਕਹਿ ਰਹੇ ਹੈ ਵੀ ਸਾਡਾ ਧਰਮ ਬਿਰਧ ਹੈ ਵੀ ਜਿਹੜਾ ਸਾਡੇ ਪਾਸ ਆਉਂਦਾ ਆਪਣਾ ਘਰ ਛੱਡ ਕੇ ਭਾਵ ਨਿਮਾਣਾ ਹੋ ਕੇ, ਬਿਲਕੁਲ ਵੀ ਮਹਾਰਾਜ ਮੇਰਾ ਹੁਣ ਕੋਈ ਨਹੀਂ ਹੈ। ਕਹਿੰਦੇ ਉਹਦੀ ਅਸੀਂ ਪਹਿਲੀ ਕੀਤੀ ਹੋਈ ਕਾਮਨਾ ਪੂਰੀ ਕਰਦੇ, ਜੋ ਉਹਨੇ ਵਿਚਾਰਿਆ ਹੁੰਦਾ ਹੈ। ਪਹਿਲਾਂ ਕਿਹਾ ਪੌਨ ਦਿਓ ਪਦਵੀ ਕਾਵਲ ਪੂਰੂ, ਪੌਨ ਦਿਓ ਪਦਵੀ ਕਾਵਲ ਰੂਰੀ। ਸੋਹਣੀ ਜਿਹੜੀ ਕੇਵਲ ਮੁਕਤੀ ਦੀ ਪਦਵੀ ਹੈ, ਫਿਰ ਉਹ ਵੀ ਦਿੰਦੇ ਹਾਂ। ਹੈ ਐਸੇ ਸ੍ਰੀ ਰਾਮ ਉਦਾਰਾ। ਗੁਰੂ ਨਾਨਕ ਦੇਵ ਮਹਾਰਾਜ ਜੀ ਐਸੇ ਸਖੀ ਦਾਤੇ ਸ੍ਰੇਸ਼ਟ ਸ੍ਰੀ ਰਾਮਚੰਦਰ ਜੀ ਹੈਗੇ ਹੈ। ਅਸ਼ਟ ਪਹਿਰ ਜਿਨ ਨਾਮ ਆਧਾਰਾ। ਅੱਠੇ ਪੈਰੀ ਜਿਨ੍ਹਾਂ ਦੇ ਨਾਮ ਦਾ ਮੈਨੂੰ ਆਸਰਾ ਹੈ, ਉਸ ਨਾਮ ਦੇ ਆਸਰੇ ਮੈਂ ਰਹਿੰਦਾ ਹਾਂ ਜੀ। ਸੁਣ ਸ੍ਰੀ ਨਾਨਕ ਕਹਿ ਅੰਮ੍ਰਿਤ ਬਾਣੀ। ਸੁਣ ਕਰਕੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਬੜੀ ਕੋਮਲ ਬਾਣੀ ਕਹਿਣ ਲੱਗੇ। ਧੰਨ ਬਪੀਖਨ ਸ਼ੁਭ ਗੁਣ ਖਾਨੀ। ਹੇ ਬਪੀਖਣ ਭਗਤ ਤੂੰ ਤੇ ਧੰਨ ਗੁਰਮੁਖ ਹੈ, ਚੰਗਾ ਗੁਣਾ ਦੀ ਖਾਣ ਹੈ, ਸਤ ਸੰਤੋਖ ਦਇਆ ਧਰਮ ਵਾਲਾ ਹੈ ਤੂੰ। ਚਿਰੰਜੀਵ ਪਦਵੀ ਤਾਂ ਪਾਈ। ਜਿਸ ਨੇ ਸਰੀਰ ਛੱਡ ਕੇ ਵੀ ਚਿਰੰਜੀਵੀ ਲੰਬਾ ਸਮਾਂ ਰਹਿਣ ਦੀ ਪਦਵੀ ਪਾਈ ਹੈ ਤੈਨੇ। ਮਨ ਕੀ ਨਾਮ ਬਿਖਾ ਲਿਵ ਲਾਈ। ਇਵੇਂ ਲਿੰਗ ਸਰੀਰ ਵਿੱਚ ਰਹਿ ਕੇ ਭਾਵ ਸੂਖਮ ਸਰੀਰ ਵਿੱਚ ਰਹਿ ਕੇ ਆਪਣੇ ਮਨ ਦੀ ਜਿਹੜੀ ਲਿਵ ਹੈ ਰਾਮ ਨਾਮ ਦੇ ਵਿੱਚ ਲਾਈ ਹੋਈ ਹੈ ਭਗਤ ਹੋਣੇ ਕਰਕੇ। ਡਰਤ ਰਹਿਤ ਰਾਖਸ ਪੈ ਤੇਰੇ। ਤੇ ਤੇਰੇ ਭੈ ਕਰਕੇ ਜਿੰਨੇ ਰਾਖਸ ਉਹ ਸਾਰੇ ਡਰਦੇ ਰਹਿੰਦੇ ਐ। ਆਇਸ ਮਨ ਪਏ ਸਭ ਚੇਰੇ। ਤੇਰੀ ਆਗਿਆ ਮੰਨ ਕੇ ਸਾਰੇ ਤੇਰੇ ਸੇਵਕ ਚੇਲੇ ਦਾਸ ਹੋਏ ਐ। ਕਾਹੋ ਨਾ ਕਰੈ ਦਿਖਾਉਣ ਕੋਈ। ਤਾਂ ਹੀ ਤੇ ਉਹ ਕਿਸੇ ਨੂੰ ਜਿਹੜਾ ਦਿਖਾਉਣਾ ਨਹੀਂ ਕਰਦੇ। ਭਾਉ ਭਗਤ ਮਹਿ ਸਰਦਾ ਹੋਈ। ਸਾਰਿਆਂ ਦੀ ਪ੍ਰੇਮਾ ਭਗਤੀ ਵਿੱਚ ਹੀ ਜਿਹੜੀ ਹੈ ਸ਼ਰਧਾ ਜਿਹੜੀ ਹੋ ਰਹੀ ਹੈ। ਭਾਵ ਪ੍ਰੇਮਾ ਭਗਤੀ ਵਿੱਚ ਸਭ ਦੀ ਸ਼ਰਧਾ ਹੋਈ ਹੈ ਲੀਨ। ਸਾਰੇ ਪ੍ਰੇਮਾ ਭਗਤੀ ਕਰ ਰਹੇ ਹੈ। ਸੁਨਤ ਭੀਖਨ ਬੈਨ ਉਚਾਰੇ। ਸੁਣ ਕੇ ਸਤਿਗੁਰ ਜੀ ਤੋਂ ਭਗਤ ਭੀਖਣ ਨੇ ਬਚਨ ਉਚਾਰੇ। ਬੇਮੁਖ ਦਾਤ ਰਾਮ ਸਭ ਮਾਰੇ। ਹੇ ਮਹਾਰਾਜ ਜਿਹੜੇ ਬੇਮੁਖ ਦੈਂਤ ਸੀ ਨਾ ਆਪਣੀ ਮਰਜ਼ੀ ਦੇ ਮਾਲਕ, ਉਹ ਰਾਮ ਜੀ ਨੇ ਸਾਰੇ ਮਾਰ ਦਿੱਤੇ ਹੈ। ਦਾਕਾ ਰਾਜ ਅਯੁੱਧਿਆ ਗਏ। ਇਸ ਤਰ੍ਹਾਂ ਮੈਨੂੰ ਭੀਖਣ ਨੂੰ ਰਾਜ ਦੇ ਕੇ ਤੇ ਸਤਿਗੁਰੂ ਜੀ ਅਯੁੱਧਿਆ ਨਗਰੀ ਚਲੇ ਗਏ ਸੀ। ਉਸ ਵੇਲੇ ਮਮ ਸਮੇਤ ਬਾਂਦਰ ਦਲ ਲਏ। ਮੇਰੇ ਸਮੇਤ ਭਾਵ ਮੈਂ ਵੀ ਨਾਲ ਹੀ ਸਾਂ। ਉਸ ਵੇਲੇ ਬਾਂਦਰਾਂ ਦਾ ਦਲ ਹਨੂਮਾਨ ਸਾਰੇ ਨਾਲ ਹੀ ਲਏ ਸੀ। ਜਦੋਂ ਅਯੁੱਧਿਆ ਨਗਰੀ ਗਏ ਫਿਰ ਉੱਥੇ ਮਹਾਰਾਜ ਮੈਂ ਵੀ ਨਾਲ ਗਿਆ ਸੀ। ਅਯੁੱਧਿਆ ਨਗਰੀ ਜਿੱਥੇ ਬਹੁਤ ਰਾਮਚੰਦਰ ਜੀ ਨੇ ਜਾਇਆ ਕਰਕੇ ਅਯੁੱਧਿਆ ਨਗਰੀ ਨੇ ਬੜਾ ਸਵਾਗਤ ਕੀਤਾ। ਬੜੇ ਉੱਥੇ ਜਿਹੜੇ ਬੜੇ ਸੋਹਣੇ ਜਸ਼ਨ ਮਨਾਏ ਗਏ ਅਤੇ ਰਾਮਚੰਦਰ ਜੀ ਦੇ ਜਾਣ ਕਰਕੇ ਸੋਹਣਾ ਸਵਾਗਤ ਕੀਤਾ। ਭਰਤ ਉਹਨਾਂ ਦੇ ਭਰਾ ਨੇ ਵੀ ਜਿਹੜਾ ਆਪ ਤਿਲਕ ਦੇ ਕੇ ਸਿੰਘਾਸਨ 'ਤੇ ਬਿਠਾਇਆ ਸੀ ਰਾਮਚੰਦਰ ਜੀ ਨੂੰ। ਇਵੇਂ ਮਹਾਰਾਜ ਉਦੋਂ ਮੈਂ ਵੀ ਨਾਲ ਹੀ ਗਿਆ ਸਾਂ। ਇਹ ਪ੍ਰਸੰਗ ਭੀਖਣ ਜੋ ਭਗਤ ਹੈ ਜਿਵੇਂ ਸਤਿਗੁਰੂ ਜੀ ਨੂੰ ਮਿਲੇ ਹੈ। ਜਦੋਂ ਸਤਿਗੁਰੂ ਜੀ ਲੰਕਾ ਵਿੱਚ ਗਏ ਅਤੇ ਉੱਥੇ ਭੀਖਣ ਰਾਜੇ ਜੋ ਰਾਵਣ ਦਾ ਭਰਾ ਸੀ ਇਹ ਗੁਰਮੁਖ ਸਨ ਅਤੇ ਇਹਨਾਂ ਨੇ ਉਹ ਜਿਹੜਾ ਸਰੀਰ ਹੈ ਉਹ ਤਾਂ ਸਾਧ ਸੰਗਤ ਜੀ ਵਾਲਾ 5 ਤੱਤਾਂ ਦੇ ਤੇ ਛੱਡ ਦਿੱਤਾ ਸੀ। ਪਰ ਜਿਹੜਾ ਲਿੰਗ ਸਰੀਰ ਜਿਹਨੂੰ ਸੂਖਮ ਸਰੀਰ ਕਹਿੰਦੇ ਉਹ ਲੈ ਕੇ ਇੱਥੇ ਵਿਚਰ ਰਹੇ ਸਨ। ਅਤੇ ਗੁਰੂ ਮਹਾਰਾਜ ਜੀ ਨੇ ਇਹਨਾਂ ਉੱਪਰ ਜਿਵੇਂ ਕਿਰਪਾ ਕੀਤੀ ਹੈ ਉਹ ਪ੍ਰਸੰਗ ਰਹਿੰਦਾ ਅੱਗੇ ਸਰਵਣ ਕਰ ਲਵਾਂਗੇ। ਕਈ ਕਥਾ ਸੁਣ ਕੇ ਕਹਿ ਦਿੰਦੇ ਵੀ ਵੇਖੋ ਅੱਜ ਤਾਂ ਰਮਾਇਣ ਹੀ ਖੋਲ੍ਹੀ ਹੋਈ, ਇਹਦੇ ਬਾਲ ਵੇਖੀ ਰਮਾਇਣ ਹੀ ਇਹਨਾਂ ਨੇ ਕਥਾ ਕਰ ਰਹੇ। ਕਥਾ ਕਾਹਦੀ ਕਰ ਰਹੇ ਹੈ? ਜਿਹੜੇ ਕੋਈ ਕੱਟੜਵਾਦੀ ਲੋਕ ਹੈ ਬੇਸਮਝ ਉਹਨਾਂ ਦੀ ਗੱਲ ਦਾ ਖੁਲਾਸਾ ਕਰਨ ਵਾਸਤੇ ਕੱਲ੍ਹ ਗੁਰੂ ਜੀ ਦੇ ਬਚਨ ਆ ਹੀ ਜਾਣੇ ਹੈ। ਜਿਵੇਂ ਮਹਾਰਾਜ ਜੀ ਨੇ ਬਚਨ ਕੀਤੇ ਜਿਹੜੇ ਗੁਰਬਾਣੀ ਵਿੱਚ ਆਉਂਦੇ ਹੈ
ਉਹ ਪ੍ਰਸੰਗ ਆਪਾਂ ਕੱਲ੍ਹ ਸਰਵਣ ਕਰ ਲਵਾਂਗੇ। ਹੁਣ ਇੱਥੇ ਆਪਾਂ ਸਮਾਪਤੀ ਕਰੀਏ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਕੀ ਸੰਗਤ ਬਖਸ਼ਣਾ ਨੇ ਬਖਸ਼ ਲੈਣਾ ਜੀ। ਭੁੱਲਾਂ ਚੁੱਕਾਂ ਦੀ ਖਿਮਾ, ਵਿਚਾਰਾਂ ਦੀ ਸਮਾਪਤੀ। ਸੁਨਤ ਬਭੀਖਨ ਬੈਨ ਉਚਾਰੇ, ਬੇਮੁਖ ਦਾਤ ਰਾਮ ਸਭ ਮਾਰੇ। ਦੇ ਕਾ ਰਾਜ ਅਯੁਧਿਆ ਗਏ, ਮਮ ਸਮੇਤ ਬਾਂਦਰ ਦਲ ਲਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।